ਸੈਨੇਟ ਤੇ ਵੀਸੀ ਟਕਰਾ ਗਏ, ਹਮੇਸ਼ਾ ਹੀ ਟਕਰਾ ਜਾਂਦੇ ਨੇ, ਤਾਂ ਫਿਰ ਉਹਦੇ ਵਿੱਚ ਜਿਹੜੀ ਹੈ ਸੈਨੇਟ ਦੀ ਲੱਤ ਉੱਤੇ ਰਹਿੰਦੀ ਹੈ, ਭਾਵ ਸੈਨੇਟ ਇੰਨੀ ਤਾਕਤਵਰ ਹੈ ਇਸ ਯੂਨੀਵਰਸਿਟੀ ਦੇ ਵਿੱਚ। ਇੱਕ ਬਹੁਤ ਵਧੀਆ ਯੂਨੀਵਰਸਿਟੀ ਕਾਇਮ ਕੀਤੀ ਗਈ, ਪੰਜਾਬ ਯੂਨੀਵਰਸਿਟੀ ਲਾਹੌਰ ਉਸ ਨੂੰ ਕਿਹਾ ਗਿਆ, ਔਰ ਉਸ ਯੂਨੀਵਰਸਿਟੀ ਦੇ ਵਿੱਚੋਂ ਸਮਝੋ ਕਿ ਬਹੁਤ ਵੱਡੇ ਸਕਾਲਰਸ ਨਿਕਲ ਰਹੇ ਸਨ। ਫਿਰ ਦੇਸ਼ ਦੀ ਵੰਡ ਹੋ ਗਈ, ਔਰ ਦੇਸ਼ ਦੀ ਵੰਡ ਦੇ ਵਿੱਚ ਸਾਡਾ ਕਿੰਨਾ ਕੁਝ ਉੱਧਰ ਰਹਿ ਗਿਆ, ਯੂਨੀਵਰਸਿਟੀ ਵੀ ਉੱਧਰ ਰਹਿ ਗਈ। ਪਰ ਕਿਉਂਕਿ ਪੰਜਾਬੀਆਂ ਨੂੰ ਇਹ ਯੂਨੀਵਰਸਿਟੀ ਪਿਆਰੀ ਸੀ, ਤਾਂ ਇੱਧਰ ਆ ਕੇ ਜਿਹੜੇ ਸਾਡੇ ਸਕਾਲਰਸ ਸਨ ਉਹਨਾਂ ਨੇ ਫਿਰ ਯੂਨੀਵਰਸਿਟੀ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ। ਆਫਕੋਰਸ ਬਿਲਡਿੰਗ ਨਾਲ ਨਹੀਂ ਸੀ ਲਿਆ ਸਕਦੇ, ਲੇਕਿਨ ਲੀਗੈਸੀ ਪਰੰਪਰਾ ਲੈ ਕੇ ਆ ਸਕਦੇ ਸਨ, ਵਿਰਸਾ ਲੈ ਕੇ ਆ ਸਕਦੇ ਸਨ, ਤਾਂ ਉਹਨਾਂ ਨੇ ਆ ਕੇ ਇੱਧਰ ਇਹ ਯੂਨੀਵਰਸਿਟੀ ਦੁਆਰਾ ਸਥਾਪਿਤ ਕਰਨ ਦਾ ਫੈਸਲਾ ਕੀਤਾ। ਕਿੰਨੇ ਵਕੀਲ ਤੇ ਜੱਜ ਇਸ ਯੂਨੀਵਰਸਿਟੀ ਨੇ ਦਿੱਤੇ ਨੇ। ਮਨਮੋਹਨ ਸਿੰਘ ਜੀ ਇਸ ਯੂਨੀਵਰਸਿਟੀ ਵਿੱਚ ਟੀਚਰ ਹੈ, ਸਤਿੰਦਰ ਸਰਤਾਜ ਇਸ ਯੂਨੀਵਰਸਿਟੀ ਦਾ ਪਾਸ ਆਊਟ ਹੈ, ਔਰ ਬੱਬੂ ਮਾਨ, ਕਾਫੀ ਸਾਰੇ ਲੋਕ, ਪਰ ਜਿਨ੍ਹਾਂ ਦਾ ਨਾਮ ਲੈਣਾ ਹੋਵੇ ਮੈਂ ਕਹਾਂਗਾ ਪੰਜਾਬ ਦੀ ਯੂਨੀਵਰਸਿਟੀ ਹੋ ਕੇ ਇਹ ਪੰਜਾਬ ਦੀ ਯੂਨੀਵਰਸਿਟੀ ਨਹੀਂ ਰਹੀ। ਇਹ ਇਸ ਵਿਸ਼ੇ ਉੱਪਰ ਗੱਲ ਕਰਨੀ ਬਣਦੀ ਹੈ। ਪੰਜਾਬ ਸਰਕਾਰ ਨੇ ਕਦੇ ਦਖਲ ਨਹੀਂ ਦਿੱਤਾ। ਉਹਨਾਂ ਨੂੰ ਐਂ ਲੱਗਦਾ ਜੇ ਦਖਲ ਦੇਵਾਂਗੇ ਤਾਂ ਸਾਨੂੰ ਪੈਸੇ ਹੋਰ ਦੇਣੇ ਪੈਣਗੇ, ਉਹ ਪੈਸੇ ਤੋਂ ਡਰਦੇ ਨੇ। ਨੋਮੀਨੇਟ ਕਰਕੇ ਜ਼ਰੂਰ ਭਾਵੇਂ ਉਹ RSS ਦੇ ਬੰਦੇ ਅੰਦਰ ਲਿਆਉਣ, ਜਿੱਤ ਤਾਂ ਉਹ ਕਦੇ ਪਾਉਂਦੇ ਨਹੀਂ। ਕਿਰਨ ਖੇਰ ਜਿਹੜੇ ਕਿ MLA ਦੇ ਤੌਰ ਤੇ ਉੱਥੇ ਬੈਠੇ ਸਨ, ਉਹਨਾਂ ਨੇ ਓਪਨਲੀ ਕਿਹਾ ਜੇ ਅਸੀਂ ਧਾਰਾ 370 ਉਡਾ ਸਕਦੇ ਹਾਂ, ਅਸੀਂ ਇਹ ਯੂਨੀਵਰਸਿਟੀ ਦਾ ਐਕਟਿਵ ਉਡਾ ਦਿਆਂਗੇ। ਸੋਮ ਪ੍ਰਕਾਸ਼ ਨੇ, ਉਹ ਭਾਜਪਾ ਦੇ ਇੱਕ MLA ਨੇ, ਉਹਨਾਂ ਨੇ ਵੀ ਇਹ ਧਮਕੀ ਦਿੱਤੀ ਕਿ ਅਸੀਂ ਦੇਖ ਲਾਂਗੇ, ਔਰ ਉਹਨਾਂ ਨੇ ਦੇਖ ਲਿਆ। ਫਿਰ ਇਹ ਯੂਨੀਵਰਸਿਟੀ ਜਿਹੜੀ ਹੈ ਵਾਈਸ ਚਾਂਸਲਰ ਦੇ ਕਬਜ਼ੇ ਵਿੱਚ ਹੈ, ਔਰ ਵਾਈਸ ਚਾਂਸਲਰ ਕਿਉਂਕਿ RSS ਨਾਲ ਜੁੜੇ ਹੋਏ ਨੇ, ਤਾਂ ਇੱਕ ਤਰੀਕੇ ਨਾਲ ਮੰਨ ਕੇ ਚੱਲੀਏ ਕਿ ਇਹ ਯੂਨੀਵਰਸਿਟੀ ਹਾਲ ਦੀ ਘੜੀ RSS ਦੇ ਕਬਜ਼ੇ ਵਿੱਚ। ਪੰਜਾਬ ਦੇ ਵਿੱਚੋਂ ਅਬੋਹਰ, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ ਔਰ ਜਲਾਲਾਬਾਦ ਤੇ ਫਿਰੋਜ਼ਪੁਰ ਅਬੋਹਰ ਸਾਰੇ ਉਡਾ ਦਿੱਤੇ ਜਾਣਗੇ ਕਾਲਜ, ਔਰ ਇਹਨਾਂ ਦੇ ਵਿਦਿਆਰਥੀ ਹੋਰ ਯੂਨੀਵਰਸਿਟੀਆਂ ਨਾਲ ਜੋੜ ਦਿੱਤੇ ਜਾਣਗੇ। ਮੇਰਾ ਸਵਾਲ ਇਹ ਹੈ ਕਿ ਕਿਉਂ ਪੰਜਾਬ ਦੇ ਯੂਨੀਵਰਸਿਟੀ ਇਸ ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ ਵਿੱਚੋਂ ਪੜ੍ਹਨ ਤੋਂ ਵਾਂਝੇ ਕੀਤੇ ਜਾਣ। ਪੰਜਾਬ ਸਰਕਾਰ ਨੇ ਇਸ ਵਿਸ਼ੇ ਉੱਪਰ ਕੋਈ ਖਾਸ ਬਿਆਨ ਨਹੀਂ ਦਿੱਤਾ। ਅਕਾਲੀ ਦਲ ਵਾਲੇ ਵੀ ਆਪਣੀ ਹਾਜ਼ਰੀ ਲਵਾ ਗਏ, ਔਰ ਹੋਰ ਵੀ ਕਾਫੀ ਲੀਡਰ ਆਏ। ਕਿਤੇ ਮਨਪ੍ਰੀਤ ਬਾਦਲ ਜੀ ਨੇ ਵੀ ਇਹ ਬਿਆਨ ਦਿੱਤਾ ਕਿ ਕੀ ਫਰਕ ਪੈਂਦਾ ਜੇ ਯੂਨੀਵਰਸਿਟੀ ਕਿਸੇ ਸੈਂਟਰ ਕੋਲ ਚਲੀ ਜਾਏਗੀ, ਕੋਈ ਬੰਗਲਾਦੇਸ਼ ਵਿੱਚ ਤਾਂ ਜਾਣੀ ਰਹੇਗੀ, ਤਾਂ ਪੰਜਾਬ ਦੀ ਯੂਨੀਵਰਸਿਟੀ। ਮੰਨ ਲਿਆ ਕਿ ਪੰਜਾਬ ਦੀ ਵਿੱਤੀ ਹਾਲਤ ਵਧੀਆ ਨਹੀਂ ਹੈ, ਲੇਕਿਨ ਤੁਸੀਂ ਹੁਣ ਚੱਕ ਕੇ ਚੀਜ਼ਾਂ ਥੋੜ੍ਹੀ ਵੇਚਣੀਆਂ ਸ਼ੁਰੂ ਕਰ ਦਿਓਗੇ ਜਾਂ ਸੈਂਟਰ ਨੂੰ ਫੜਾਉਣੀਆਂ ਸ਼ੁਰੂ ਕਰ ਦੇਣੀਆਂ, ਔਰ ਅਸੀਂ ਆਪੇ ਚਲਾਵਾਂਗੇ ਯੂਨੀਵਰਸਿਟੀ। ਅਸੀਂ ਚਲਾਉਣ ਦੇ ਸਮਰੱਥਾ, ਸਾਡੀ ਯੂਨੀਵਰਸਿਟੀ ਅਸੀਂ ਚਲਾ ਲਾਂਗੇ, ਔਰ ਧੱਕੇ ਨਾਲ ਯੂਨੀਵਰਸਿਟੀ ਸਾਡੇ ਕੋਲੋਂ ਲਈ ਜਾ ਰਹੀ ਹੈ ਇਹ ਕਹਿ ਕੇ ਕਿ ਤੁਹਾਨੂੰ ਚਲਾਉਣੀ ਨਹੀਂ ਆਉਂਦੀ। ਔਰ ਜੇ ਉਹ ਸਾਨੂੰ 150-200 ਕਰੋੜ ਦੀ ਗ੍ਰਾਂਟ UGC ਦੇ ਵੀ ਦਿੰਦਾ, ਸਾਡੇ ਤੇ ਕੋਈ ਅਹਿਸਾਨ ਥੋੜੀ ਕਰਦਾ। ਅਸੀਂ ਦੇਸ਼ ਦਾ ਹਿੱਸਾ ਹਾਂ, ਅਸੀਂ GST ਪੇ ਕਰਦੇ ਹਾਂ, ਅਸੀਂ ਇਨਕਮ ਟੈਕਸ ਪੇ ਕਰਦੇ ਹਾਂ ਪੰਜਾਬ ਦੇ ਲੋਕ, ਤੇ ਜੇ ਸਾਨੂੰ 200 ਕਰੋੜ ਰੁਪਏ ਦੀ ਗ੍ਰਾਂਟ ਸੈਂਟਰ ਦੇ ਵੀ ਦਿੰਦਾ ਤਾਂ ਕੋਈ ਸਾਡੇ ਤੇ ਅਹਿਸਾਨ ਥੋੜੀ ਕਰਦਾ। ਅਸੀਂ ਕੋਈ ਪਾਕਿਸਤਾਨ ਦੇ ਲੋਕ ਥੋੜੀ ਹਾਂ, ਅਸੀਂ ਭਾਰਤ ਦੇ ਲੋਕ ਹਾਂ। ਕਈ ਦਿਨਾਂ ਤੋਂ ਪੰਜਾਬ ਤੇ ਪੰਜਾਬੀਆਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਰੌਲਾ ਪੈ ਰਿਹਾ, ਔਰ ਕੋਈ ਸ਼ੱਕ ਨਹੀਂ ਕਿ ਉਹ ਰੌਲਾ ਪਾਉਣ ਵਾਲਿਆਂ ਵਿੱਚੋਂ ਮੈਂ ਵੀ ਇੱਕ ਹਾਂ। ਲੇਕਿਨ ਪੰਜਾਬੀ ਦੋਸਤੋ, ਮਾਮਲਾ ਇੰਨਾ ਸਰਲ ਨਹੀਂ ਕਿ ਇਸ ਨੂੰ ਰੌਲਾ ਕਹਿ ਕੇ ਨਜ਼ਰ ਅੰਦਾਜ਼ ਕੀਤਾ ਜਾ ਸਕੇ। ਮੁੱਦਾ ਜੇ ਪੰਜਾਬ ਪ੍ਰਤੀ ਸਾਨੂੰ ਥੋੜੀ ਜਿਹੀ ਵੀ ਫਿਕਰਮੰਦੀ ਹੋਵੇ ਤਾਂ ਮੈਂ ਕਹਾਂਗਾ ਕਿ ਇੱਕ ਗੰਭੀਰ ਮੁੱਦਾ ਹੈ। ਪੰਜਾਬ ਦੇ ਲਈ ਇੱਕ ਹੋਰ ਗੰਭੀਰ ਮਸਲਾ ਹੈ। ਹਾਲਾਂਕਿ ਕੋਈ ਮਸਲਾ ਨਵਾਂ ਨਹੀਂ ਹੈ, ਕਾਫੀ ਦੇਰ ਤੋਂ ਅੜਿਆ ਹੋਇਆ ਮਸਲਾ ਹੈ, ਲੇਕਿਨ ਪਹਿਲਾਂ ਕਦੇ ਇਹ ਮਸਲਾ ਚੰਡੀਗੜ੍ਹ ਤੋਂ ਜਾਂ ਪੰਜਾਬ ਯੂਨੀਵਰਸਿਟੀ ਤੋਂ ਬਾਹਰ ਨਹੀਂ ਆਇਆ, ਜਿਸ ਕਰਕੇ ਪੰਜਾਬ ਦੇ ਬਹੁਤੇ ਲੋਕਾਂ ਦਾ ਧਿਆਨ ਨਹੀਂ ਹੈ। ਹੁਣ ਜਦੋਂ ਦਾ ਇਹ ਮਤਲਬ ਕਿ ਵਿਵਾਦ ਖੜਾ ਹੋਇਆ ਤੇ ਸਾਰੀ ਦੁਨੀਆ ਦੇ ਵਿੱਚੋਂ ਪੰਜਾਬੀਆਂ ਦੇ ਫੋਨ ਆ ਰਹੇ ਨੇ ਕਿ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ ਕੀ। ਹਾਲਾਂਕਿ ਮੈਂ ਕਾਫੀ ਚੈਨਲਸ ਦੇ ਉੱਪਰ ਬੋਲ ਚੁੱਕਿਆ, ਮੇਰੇ ਕੁਝ ਹੋਰ ਸਾਥੀ ਵੀ ਉਹ ਇਸ ਵਿਸ਼ੇ ਉੱਪਰ ਕਾਫੀ ਗੱਲਾਂ ਕਰ ਚੁੱਕੇ ਨੇ, ਅਖਬਾਰ ਦੇ ਵਿੱਚ ਖਬਰਾਂ ਨੇ, ਪਰ ਸਟਿਲ ਸਾਰੀ ਦੁਨੀਆ ਤੋਂ ਫੋਨ ਆਉਂਦੇ ਨੇ ਕਿ ਇਹ ਮਾਮਲਾ ਹੈ ਕੀ। ਔਰ ਅੱਜ ਦੇ ਮੈਂ ਇਸ ਪ੍ਰੋਗਰਾਮ ਪੰਜਾਬ ਪਲੱਸ ਦੇ ਵਿੱਚ ਇਸੇ ਵਿਸ਼ੇ ਦੇ ਉੱਪਰ ਗੱਲ ਕਰਨ ਜਾ ਰਿਹਾ ਹਾਂ। ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਤੁਹਾਨੂੰ ਸੈਨੇਟ ਸਿਸਟਮ ਸਮਝਣਾ ਚਾਹੀਦਾ ਹੈ, ਕਿਉਂਕਿ ਰੌਲਾ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਆਫਕੋਰਸ ਇਹ ਚੋਣਾਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਦੀਆਂ ਚੋਣਾਂ ਨੇ, ਔਰ ਇਹ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ, ਇਹਦੇ ਨਾ ਕਰਵਾਉਣ ਦੇ ਨਾਲ ਕੀ ਫਰਕ ਪੈਂਦਾ, ਜਾਂ ਜਿਹੜੀ ਇੱਕ ਗਵਰਨੈਂਸ ਰਿਫਾਰਮ ਰਿਪੋਰਟ ਦਾ ਰੌਲਾ ਪੈ ਰਿਹਾ ਉਹ ਕੀ ਹੈ, ਤੇ ਉਹ ਕਿਸ ਤਰੀਕੇ ਨਾਲ ਪੰਜਾਬ ਦੇ ਲਈ ਇੱਕ ਮਸਲਾ ਹੈ, ਇਹ ਅੱਜ ਆਪਣੇ ਮੁੱਖ ਸਰੋਕਾਰ ਹੋਣਗੇ। ਤਾਂ ਆਓ ਸਭ ਤੋਂ ਪਹਿਲਾਂ ਸਮਝਦੇ ਹਾਂ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਸਿਸਟਮ। ਪੰਜਾਬ ਯੂਨੀਵਰਸਿਟੀ ਨੂੰ ਨਾ ਕੇਂਦਰ ਸਰਕਾਰ ਚਲਾਉਂਦੀ ਹੈ, ਨਾ ਇਸ ਨੂੰ ਪੰਜਾਬ ਸਰਕਾਰ ਚਲਾਉਂਦੀ ਹੈ। ਭਾਵ ਪੰਜਾਬ ਯੂਨੀਵਰਸਿਟੀ ਦੇਸ਼ ਦੀ ਦੂਜੀ ਅਜਿਹੀ ਯੂਨੀਵਰਸਿਟੀ ਹੈ, ਇੱਕ ਬੰਗਾਲ ਯੂਨੀਵਰਸਿਟੀ ਤੋਂ ਬਾਅਦ, ਜਿਸ ਨੂੰ ਚਲਾਉਣ ਦੇ ਲਈ ਬਕਾਇਦਾ ਇੱਕ ਸੈਨੇਟ ਸਿਸਟਮ ਹੈ। ਸਿੱਧੇ ਰੂਪ ਦੇ ਵਿੱਚ ਜੇ ਸਧਾਰਨ ਲਫ਼ਜ਼ਾਂ ਵਿੱਚ ਕਹਿਣਾ ਹੋਵੇ ਤਾਂ ਇਹ ਯੂਨੀਵਰਸਿਟੀ ਨਾ ਪੰਜਾਬ ਸਰਕਾਰ ਦੇ ਅੰਤਰਗਤ ਆਉਂਦੀ ਹੈ, ਨਾ ਚੰਡੀਗੜ੍ਹ ਦੇ, ਤੇ ਨਾ ਕੇਂਦਰ ਦੇ। ਇੱਕ ਸੈਨੇਟ ਸਿਸਟਮ ਹੈ ਜਿਸ ਦੇ ਵਿੱਚ
91 ਮੈਂਬਰ ਹੁੰਦੇ ਨੇ ਔਰ ਇਹ ਮੈਂਬਰ ਇਸ ਯੂਨੀਵਰਸਿਟੀ ਨੂੰ ਚਲਾਉਂਦੇ ਨੇ। ਇਹਨਾਂ 91 ਮੈਂਬਰਾਂ ਦੇ ਵਿੱਚੋਂ 36 ਜਿਹੜੇ ਨੇ ਉਹ ਨੋਮੀਨੇਟ ਮੈਂਬਰ ਹੁੰਦੇ ਨੇ, ਜਿਨ੍ਹਾਂ ਨੂੰ ਮਾਣਯੋਗ ਚਾਂਸਲਰ ਸਾਹਿਬ ਜਿਹੜੇ ਕਿ ਦੇਸ਼ ਦੇ ਉਪ ਰਾਸ਼ਟਰਪਤੀ ਨੇ ਉਹ ਮਨੋਨੀਤ ਕਰਦੇ ਨੇ, ਨੋਮੀਨੇਟ ਕਰਦੇ ਨੇ। ਤੇ ਬਾਕੀ ਜਿਹੜੇ ਮੈਂਬਰ ਨੇ ਉਹਨਾਂ ਵਿੱਚੋਂ ਇੱਦਾਂ ਕਹੋ ਕਿ 47 ਦੇ ਕਰੀਬ ਚੁਣੇ ਹੋਏ ਮੈਂਬਰ ਹੁੰਦੇ ਨੇ, ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ ਟੀਚਿੰਗ ਡਿਪਾਰਟਮੈਂਟ ਦੇ ਵਿੱਚੋਂ, ਫੈਕਲਟੀ ਦੇ ਵਿੱਚੋਂ ਔਰ ਫਿਰ ਪੰਜਾਬ ਦੇ ਟੀਚਰਸ ਦੇ ਵਿੱਚੋਂ ਜਾਂ ਇੱਦਾਂ ਕਹੋ ਪ੍ਰਿੰਸੀਪਲਸ ਦੇ ਵਿੱਚੋਂ, ਔਰ 15 ਮੈਂਬਰ ਅਜਿਹੇ ਜਿਹੜੇ ਕਿ ਪੰਜਾਬ ਦੇ ਪੁਰਾਣੇ ਵਿਦਿਆਰਥੀ ਹੁੰਦੇ ਨੇ, ਉਹ ਵੋਟਾਂ ਪਾ ਕੇ ਚੁਣਦੇ ਨੇ। ਕੋਈ ਵੀ ਖੜਾ ਹੋ ਸਕਦਾ। ਇਸ ਤੋਂ ਇਲਾਵਾ 8 ਦੇ ਕਰੀਬ ਐਕਸ ਅਫੀਸ਼ੀਓ ਮੈਂਬਰ ਹੁੰਦੇ ਨੇ, ਜਿਨ੍ਹਾਂ ਵਿੱਚੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਔਰ ਜਿਹੜੇ ਕੀ ਨਾਮ ਕੁਝ ਫੈਲੋਜ਼ ਜਿਹੜੇ ਆਪਣੇ ਕੀ ਨਾਮ MLAs ਵਗੈਰਾ ਆ ਜਾਂਦੇ ਨੇ ਚੰਡੀਗੜ੍ਹ ਦੇ। ਤੇ ਕੁਝ ਇਸ ਤਰੀਕੇ ਨਾਲ ਰਲਾ ਕੇ ਕੁੱਲ 91 ਮੈਂਬਰਾਂ ਦੀ ਇੱਕ ਸੈਨੇਟ ਬਣਦੀ ਹੈ ਔਰ ਹਰ ਸਾਲ ਦੇ ਵਿੱਚ 3 ਮੀਟਿੰਗਾਂ ਉਹਨਾਂ ਸੈਨੇਟ ਦੀਆਂ ਹੁੰਦੀਆਂ ਨੇ। ਕੋਈ ਵੀ ਫੈਸਲੇ ਕਰਨੇ ਹੁੰਦੇ ਨੇ ਉਹ ਸੈਨੇਟ ਕਰਦੀ ਹੈ। ਸੈਨੇਟ ਇਸ ਯੂਨੀਵਰਸਿਟੀ ਦੀ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹ ਸਰਵੇ ਸਰਵਾ ਮਾਲਕ ਹੈ ਇੱਕ ਤਰੀਕੇ ਦੀ। ਤਾਂ ਕੋਈ ਵੀ ਫੈਸਲਾ ਕਰਨਾ ਹੋਏਗਾ ਉਹ ਸੈਨੇਟ ਕਰੇਗੀ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਹੋਇਆ। ਸਾਲ ਦੇ ਵਿੱਚ 3 ਮੀਟਿੰਗਸ ਜਿਹੜੀਆਂ ਨੇ ਸੈਨੇਟ ਦੀਆਂ ਲਾਜ਼ਮੀ ਨੇ, ਆਮ ਤੌਰ ਤੇ 4-5 ਮੀਟਿੰਗਸ ਵੀ ਹੋ ਜਾਂਦੀਆਂ ਨੇ ਜਦੋਂ ਮੁੱਦੇ ਜ਼ਿਆਦਾ ਹੋਣ। ਪਰ ਡੇ ਟੂ ਡੇ ਵਰਕਿੰਗ ਦੇ ਲਈ ਉਹਨਾਂ ਸੈਨੇਟ ਮੈਂਬਰਾਂ ਦੇ ਵਿੱਚੋਂ ਇੱਕ ਸਿੰਡੀਕੇਟ ਚੁਣੀ ਜਾਂਦੀ ਹੈ ਔਰ ਉਸ ਸਿੰਡੀਕੇਟ ਦੇ ਵਿੱਚ 15 ਮੈਂਬਰ ਹੁੰਦੇ ਨੇ, ਜਿਹੜੇ ਕਿ ਸਾਰੇ ਰਲ ਕੇ ਚੁਣ ਲੈਂਦੇ ਨੇ। 15 ਮੈਂਬਰ ਸਿੰਡੀਕੇਟ ਦੇ ਹੁੰਦੇ ਨੇ, 2 ਉਹਨਾਂ ਵਿੱਚੋਂ ਪੰਜਾਬ ਅਤੇ ਚੰਡੀਗੜ੍ਹ ਦੇ DPI ਬੈਠਦੇ ਨੇ ਔਰ ਇੱਕ VC ਸਾਹਿਬ ਕੋਲ 18 ਮੈਂਬਰ ਇਹ ਹੋ ਜਾਂਦੇ ਨੇ। ਤਾਂ ਉਹ ਡੇ ਟੂ ਡੇ ਹਰ ਮਹੀਨੇ ਦੇ ਵਿੱਚ ਇੱਕ ਮੀਟਿੰਗ ਉਸ ਸਿੰਡੀਕੇਟ ਦੀ ਹੁੰਦੀ ਹੈ। ਐਮਰਜੈਂਸੀ ਹਾਲਾਤਾਂ ਵਿੱਚ 2 ਵੀ ਹੋ ਜਾਂਦੀਆਂ ਨੇ। ਤਾਂ ਪਹਿਲਾਂ ਸਾਰੇ ਫੈਸਲੇ ਜਿਹੜੇ ਨੇ ਸਿੰਡੀਕੇਟ ਵਿੱਚ ਲਿੱਤੇ ਜਾਂਦੇ ਨੇ ਤੇ ਫਿਰ ਜਿਹੜੀ ਉਹ ਸਿੰਡੀਕੇਟ ਉਹਨਾਂ ਫੈਸਲਿਆਂ ਨੂੰ ਜਾਂ ਸੂਚਿਤ ਕਰ ਦਿੰਦੀ ਹੈ ਜੇ ਬਹੁਤ ਇੰਪੋਰਟੈਂਟ ਨਾ ਹੋਣ ਸੈਨੇਟ ਨੂੰ, ਜਾਂ ਫਿਰ ਉਹ ਸੈਨੇਟ ਵਿੱਚੋਂ ਪਾਸ ਕਰਾਉਣੇ ਪੈਂਦੇ ਨੇ ਜੇ ਉਹ ਬਹੁਤ ਵੱਡੇ ਫੈਸਲੇ ਹੋਣ ਤਾਂ। ਔਰ ਇਹ ਜਿਹੜੀ ਸਿੰਡੀਕੇਟ ਹੈ ਇਹ ਵੀ ਬਹੁਤ ਪਾਵਰਫੁਲ ਹੁੰਦੀ ਹੈ। ਇੱਕ ਤਰੀਕੇ ਨਾਲ ਤੁਸੀਂ ਦੇਖੋਗੇ ਕਿ ਜਿਹੜਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ, ਆਫਕੋਰਸ ਉਸ ਕੋਲੇ ਯੂਨੀਵਰਸਿਟੀ ਦੇ ਕੈਲੰਡਰ ਮੁਤਾਬਕ ਜਾਂ ਐਕਟ ਮੁਤਾਬਕ ਬਹੁਤ ਪਾਵਰਾਂ ਨੇ, ਉਹਦੇ ਕੋਲੇ ਕਾਫੀ ਤਾਕਤਾਂ ਨੇ, ਲੇਕਿਨ ਸੈਨੇਟ ਦੇ ਨਾਲ ਟਕਰਾਅ ਦੀ ਹਾਲਤ ਵਿੱਚ ਉਹਦੇ ਕੋਲੇ ਜ਼ਿਆਦਾ ਤਾਕਤ ਨਹੀਂ ਹੈ। ਇਹੋ ਜਿਹੇ ਮੌਕੇ ਵੀ ਅਸੀਂ ਦੇਖੇ ਨੇ ਜਦੋਂ ਸੈਨੇਟ ਤੇ VC ਟਕਰਾ ਗਏ, ਹਮੇਸ਼ਾ ਹੀ ਟਕਰਾ ਜਾਂਦੇ ਨੇ, ਤਾਂ ਫਿਰ ਉਹਦੇ ਵਿੱਚ ਜਿਹੜੀ ਹੈ ਸੈਨੇਟ ਦੀ ਲੱਤ ਉੱਤੇ ਰਹਿੰਦੀ ਹੈ। ਸੈਨੇਟ ਇੰਨੀ ਤਾਕਤਵਰ ਹੈ ਇਸ ਯੂਨੀਵਰਸਿਟੀ ਦੇ ਵਿੱਚ। ਇਹ ਸਾਰੇ ਦਾ ਸਾਰਾ ਪੰਜਾਬ ਯੂਨੀਵਰਸਿਟੀ ਦਾ ਸਮਝੋ ਸੈਨੇਟ ਸਿਸਟਮ ਹੈ। ਹੁਣ ਇੱਕ ਵਾਰੀ ਇਸ ਸਿਸਟਮ ਨੂੰ ਰੋਕ ਕੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਰੌਲਾ ਇਸੇ ਸੈਨੇਟ ਦੀਆਂ ਚੋਣਾਂ ਨੂੰ ਨਾ ਕਰਵਾਉਣ ਦਾ, ਭਾਵੇਂ ਨਵੀਂ ਸੈਨੇਟ ਨਹੀਂ ਬਣਨ ਦਿੱਤੀ ਜਾ ਰਹੀ। ਔਰ ਇਲਜ਼ਾਮ ਜਿਹੜਾ ਹੈ ਸਾਡੇ ਜਿਹੜੇ ਪ੍ਰੈਜ਼ੈਂਟ VC ਨੇ ਸ਼੍ਰੀ ਰਾਜ ਕੁਮਾਰ, ਜਿਹੜੇ ਕਿ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਓਪਨਲੀ ਕਿ ਉਹ RSS ਅਤੇ ਸੰਘ ਦੇ ਨਾਲ ਜੁੜੇ ਹੋਏ VC ਨੇ ਤੇ ਉਹ ਚੋਣਾਂ ਨਹੀਂ ਹੋਣ ਦੇ ਰਹੇ, ਉਹ ਸਿੰਡੀਕੇਟ ਨੂੰ ਚੱਲਣ ਨਹੀਂ ਦੇ ਰਹੇ, ਸੈਨੇਟ ਨੂੰ ਚੱਲਣ ਨਹੀਂ ਦੇ ਰਹੇ। ਉਹ ਸੈਨੇਟ ਇੱਕ ਤਰੀਕੇ ਨਾਲ ਭੰਗ ਕਰਕੇ ਬੈਠੇ ਨੇ ਔਰ ਸਾਰੀਆਂ ਤਾਕਤਾਂ ਇੱਕ ਤਰੀਕੇ ਨਾਲ ਉਹਨਾਂ ਨੇ ਆਪਣੇ ਹੱਥ ਵਿੱਚ ਲੈ ਲਈਆਂ ਨੇ। ਔਰ ਕਿਉਂਕਿ ਇਹ ਇਲੈਕਸ਼ਨ ਨਹੀਂ ਹੋ ਰਹੇ ਤਾਂ ਪੰਜਾਬ ਦੇ ਵਿੱਚ ਥਾਂ-ਥਾਂ ਐਜੀਟੇਸ਼ਨਸ ਹੋ ਰਹੀਆਂ ਨੇ। ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਅਤੇ ਕੁਝ ਪੁਰਾਣੇ ਸੈਨੇਟ ਦੇ ਮੈਂਬਰ ਜਿਹੜੇ ਨੇ ਉਹ ਧਰਨੇ ਤੇ ਬੈਠੇ ਨੇ, ਆਏ ਦਿਨ ਇੱਥੇ ਵਿਰੋਧ ਪ੍ਰਦਰਸ਼ਨ ਹੁੰਦੇ ਨੇ। ਉੱਪਰਲੀ ਲੇਅਰ ਦੇ ਉੱਪਰ ਇਹ ਰੌਲਾ। ਜੇ ਤੁਸੀਂ ਇਹਦਾ ਵਰਤਮਾਨ ਸਮਝ ਗਏ ਹੋ ਤਾਂ ਮੈਂ ਹੁਣ ਤੁਹਾਨੂੰ 1 ਮਿੰਟ ਲਈ ਆਫ ਦਾ ਰਿਕਾਰਡ ਥੋੜ੍ਹਾ ਜਿਹਾ ਵਿਸ਼ੇ ਤੋਂ ਪਾਸੇ ਲੈ ਕੇ ਜਾਣਾ ਚਾਹਾਂਗਾ। ਤੁਸੀਂ ਇਸ ਯੂਨੀਵਰਸਿਟੀ ਦਾ ਅਸਲੀ ਸੰਕਟ ਸਮਝੋ ਕਿ ਅਸਲੀ ਸੰਕਟ ਕੀ ਹੈ। ਪੰਜਾਬੀ ਸਾਥੀਓ, ਬੇਸਿਕਲੀ ਇਹ ਯੂਨੀਵਰਸਿਟੀ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਇੱਕ ਸਟੇਟ ਯੂਨੀਵਰਸਿਟੀ ਹੈ, ਭਾਵੇਂ ਪੰਜਾਬ ਦੀ ਯੂਨੀਵਰਸਿਟੀ ਹੈ, ਲੇਕਿਨ ਅਤੀਤ ਦੇ ਵਿੱਚ ਇਹ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਿਟੀ ਨਹੀਂ ਸੀ। ਹਾਲਾਂਕਿ ਸੀ, ਲੇਕਿਨ ਨਹੀਂ ਸੀ। ਬੜੀ ਅਜੀਬ ਗੱਲ ਹੈ। ਜੇ ਤੁਸੀਂ ਇਸ ਯੂਨੀਵਰਸਿਟੀ ਦਾ ਇਤਿਹਾਸ ਦੇਖੋਗੇ ਤਾਂ ਇਹ ਯੂਨੀਵਰਸਿਟੀ ਆਜ਼ਾਦੀ ਤੋਂ ਵੀ ਪਹਿਲਾਂ ਦੀ ਐਸਟੈਬਲਿਸ਼ ਹੋਈ ਹੈ, ਅੰਗਰੇਜ਼ਾਂ ਨੇ ਕੀਤੀ ਹੋਈ ਹੈ ਔਰ ਇਹ ਬਣੀ ਸੀ ਲਾਹੌਰ ਦੇ ਵਿੱਚ। ਔਰ ਸਾਡੇ ਪੰਜਾਬ ਦੇ ਕੁਝ ਜਿਹੜੇ ਸਰਕਰਦਾ ਲੋਕ ਸਨ, ਅੰਗਰੇਜ਼ਾਂ ਦੀ ਸਹਾਇਤਾ ਦੇ ਨਾਲ, ਕਿਉਂਕਿ ਉਸ ਵੇਲੇ ਦੇਸ਼ ਵਿੱਚ ਅੰਗਰੇਜ਼ਾਂ ਦਾ ਰਾਜ ਸੀ, ਇੱਕ ਬਹੁਤ ਵਧੀਆ ਯੂਨੀਵਰਸਿਟੀ ਕਾਇਮ ਕੀਤੀ ਗਈ, ਪੰਜਾਬ ਯੂਨੀਵਰਸਿਟੀ ਲਾਹੌਰ ਉਸ ਨੂੰ ਕਿਹਾ ਗਿਆ। ਔਰ ਉਸ ਯੂਨੀਵਰਸਿਟੀ ਦੇ ਵਿੱਚੋਂ ਸਮਝੋ ਕਿ ਬਹੁਤ ਵੱਡੇ ਸਕਾਲਰਸ ਨਿਕਲ ਰਹੇ ਸਨ। ਫਿਰ ਦੇਸ਼ ਦੀ ਵੰਡ ਹੋ ਗਈ ਔਰ ਦੇਸ਼ ਦੀ ਵੰਡ ਦੇ ਵਿੱਚ ਸਾਡਾ ਕਿੰਨਾ ਕੁਝ ਉੱਧਰ ਰਹਿ ਗਿਆ, ਯੂਨੀਵਰਸਿਟੀ ਵੀ ਉੱਧਰ ਰਹਿ ਗਈ। ਪਰ ਕਿਉਂਕਿ ਪੰਜਾਬੀਆਂ ਨੂੰ ਇਹ ਯੂਨੀਵਰਸਿਟੀ ਪਿਆਰੀ ਸੀ ਤਾਂ ਇੱਧਰ ਆ ਕੇ ਜਿਹੜੇ ਸਾਡੇ ਸਕਾਲਰਸ ਸਨ ਉਹਨਾਂ ਨੇ ਫਿਰ ਯੂਨੀਵਰਸਿਟੀ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ। ਆਫਕੋਰਸ ਬਿਲਡਿੰਗ ਨਾਲ ਨਹੀਂ ਸੀ ਲਿਆ ਸਕਦੇ, ਲੇਕਿਨ ਲੈਗੈਸੀ, ਪਰੰਪਰਾ ਲੈ ਕੇ ਆ ਸਕਦੇ ਸਨ, ਵਿਰਸਾ ਲੈ ਕੇ ਆ ਸਕਦੇ ਸਨ। ਤਾਂ ਉਹਨਾਂ ਨੇ ਆ ਕੇ ਇੱਧਰ ਇਹ ਯੂਨੀਵਰਸਿਟੀ ਦੁਆਰਾ ਸਥਾਪਿਤ ਕਰਨ ਦਾ ਫੈਸਲਾ ਕੀਤਾ। ਤਾਂ ਪਹਿਲਾਂ ਇਸ ਦਾ ਹੈੱਡਕੁਆਰਟਰ ਸ਼ਿਮਲਾ ਵਿੱਚ ਬਣਿਆ। ਫਿਰ ਕਿਉਂਕਿ ਉਸ ਵੇਲੇ ਸਾਰਾ ਪੰਜਾਬ ਅਣਵੰਡਿਆ ਪੰਜਾਬ ਸੀ, ਜਿਸ ਦੇ ਵਿੱਚ ਹਰਿਆਣਾ ਤੇ ਹਿਮਾਚਲ ਵੀ ਸ਼ਾਮਲ ਸਨ, ਤਾਂ ਫਿਰ ਇਸ ਥੋੜ੍ਹੀ ਦੇਰ ਹੁਸ਼ਿਆਰਪੁਰ ਦੇ ਵਿੱਚ ਤੇ ਫਾਈਨਲੀ ਜਦੋਂ ਚੰਡੀਗੜ੍ਹ ਬਣ ਗਿਆ ਤਾਂ ਇਹ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆ ਕੇ ਬਣ ਗਈ। ਹੁਣ ਜੇ ਤੁਸੀਂ ਕਦੇ ਪੰਜਾਬ ਯੂਨੀਵਰਸਿਟੀ ਦੇਖੀ ਹੋਵੇ ਤਾਂ
पूरा 14 ਸੈਕਟਰ ਪੰਜਾਬ ਯੂਨੀਵਰਸਿਟੀ ਹੈ ਔਰ ਬਹੁਤ ਹੀ ਕਮਾਲ ਦੀ ਯੂਨੀਵਰਸਿਟੀ ਹੈ। ਬੜਾ ਖੂਬਸੂਰਤ ਇਹਦਾ ਮਤਲਬ ਕਿ ਉੱਥੋਂ ਦਾ ਮਾਹੌਲ ਹੈ ਔਰ ਇਸ ਯੂਨੀਵਰਸਿਟੀ ਨੇ ਅਤੀਤ ਵਿੱਚ ਬਹੁਤ ਸ਼ਾਨਦਾਰ ਵਿਦਿਆਰਥੀ ਮਤਲਬ ਕਿ ਇੱਦਾਂ ਕਹੋ ਕਿ ਸਾਰੀ ਸੁਸਾਇਟੀ ਵਿੱਚ ਫੈਲੇ ਹੋਏ, ਸਾਰੇ ਵਿਸ਼ਵ ਦੇ ਵਿੱਚ ਫੈਲੇ ਹੋਏ ਵਿਦਿਆਰਥੀ ਦਿੱਤੇ ਨੇ ਜਿਹੜੇ ਬਹੁਤ ਗਰੋ ਕੀਤੇ ਨੇ, ਸਾਇੰਟਿਸਟ ਨੇ, ਕਲਾਕਾਰ ਨੇ ਔਰ ਸਾਡੇ ਪੰਜਾਬ ਦੀ ਇੱਦਾਂ ਕਹੋ ਕਿ ਵਜ਼ਾਰਤ ਦੇ ਵਿੱਚ ਅਕਸਰ ਉਹ ਰਹਿੰਦੇ ਨੇ। ਕਿੰਨੇ ਵਕੀਲ ਤੇ ਜੱਜ ਇਸ ਯੂਨੀਵਰਸਿਟੀ ਨੇ ਦਿੱਤੇ ਨੇ। ਮਨਮੋਹਨ ਸਿੰਘ ਜੀ ਇਸ ਯੂਨੀਵਰਸਿਟੀ ਵਿੱਚ ਟੀਚਰ ਹੈ, ਸਤਿੰਦਰ ਸਰਤਾਜ ਇਸ ਯੂਨੀਵਰਸਿਟੀ ਦਾ ਪਾਸ ਆਊਟ ਹੈ ਔਰ ਬੱਬੂ ਮਾਨ, ਕਾਫੀ ਸਾਰੇ ਲੋਕ, ਜਿਨ੍ਹਾਂ ਦਾ ਨਾਮ ਲੈਣਾ ਹੋਵੇ ਮੈਂ ਕਹਾਂਗਾ ਕਿ ਬਹੁਤ ਸਾਰੇ ਜਿਹੜੇ ਸਿੰਗਰ, ਕਲਾਕਾਰ ਔਰ ਵਕੀਲ ਔਰ ਹੋਰ ਪ੍ਰੋਫੈਸ਼ਨਲ ਇਸ ਯੂਨੀਵਰਸਿਟੀ ਵਿੱਚੋਂ ਨਿਕਲੇ ਨੇ। ਇੱਕ ਤਰੀਕੇ ਨਾਲ ਇਹ ਬਹੁਤ ਕਮਾਲ ਦੀ ਯੂਨੀਵਰਸਿਟੀ ਹੈ ਔਰ ਹਮੇਸ਼ਾ ਹੀ ਵਿਸ਼ਵ ਦੀ ਰੈਂਕਿੰਗ ਦੇ ਵਿੱਚ ਰਹਿੰਦੀ ਹੈ। ਕਈ ਵਾਰ ਇਹ ਏਸ਼ੀਆ ਦੀਆਂ ਪਹਿਲੇ ਟੌਪ 10 ਯੂਨੀਵਰਸਿਟੀਆਂ ਵਿੱਚ ਰਹਿ ਚੁੱਕੀ ਹੈ ਔਰ ਦੇਸ਼ ਦੀਆਂ ਕਈ ਵਾਰ ਨੰਬਰ 1 ਯੂਨੀਵਰਸਿਟੀ ਇਹ ਰਹਿ ਚੁੱਕੀ ਹੈ। ਇੰਨਾ ਸ਼ਾਨਦਾਰ ਇਸ ਯੂਨੀਵਰਸਿਟੀ ਦਾ ਕਲਚਰ। ਲੇਕਿਨ ਪੰਜਾਬ ਦੀ ਯੂਨੀਵਰਸਿਟੀ ਹੋ ਕੇ ਇਹ ਪੰਜਾਬ ਦੀ ਯੂਨੀਵਰਸਿਟੀ ਨਹੀਂ ਰਹੀ। ਇਹ ਇਸ ਵਿਸ਼ੇ ਉੱਪਰ ਗੱਲ ਕਰਨੀ ਬਣਦੀ ਹੈ। ਜਦੋਂ ਅਣਵੰਡਿਆ ਪੰਜਾਬ ਸੀ, ਜਿਸ ਦੇ ਵਿੱਚ ਹਰਿਆਣਾ ਤੇ ਹਿਮਾਚਲ ਸਨ, ਤੇ ਫਿਰ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਔਰ ਉਦੋਂ ਤੋਂ ਇਸ ਯੂਨੀਵਰਸਿਟੀ ਦੀਆਂ ਮੁਸ਼ਕਲਾਂ ਹੋਰ ਹੋ ਗਈਆਂ, ਵੱਖਰੀ ਕਿਸਮ ਦੀਆਂ ਹੋ ਗਈਆਂ। ਜਦੋਂ ਇਹ ਸੂਬਾ ਬਣਿਆ ਤੇ ਹਿਮਾਚਲ ਤੇ ਹਰਿਆਣਾ ਆਫਕੋਰਸ ਇਸ ਯੂਨੀਵਰਸਿਟੀ ਦਾ ਪਾਰਟ ਸਮਝੇ ਗਏ ਤੇ ਇਸ ਯੂਨੀਵਰਸਿਟੀ ਨੂੰ ਪੰਜਾਬ ਦੀ ਯੂਨੀਵਰਸਿਟੀ ਕਹਿਣ ਦੀ ਬਜਾਏ ਇੰਟਰਸਟੇਟ ਯੂਨੀਵਰਸਿਟੀ ਕਿਹਾ ਗਿਆ। ਉਦੋਂ ਤੱਕ ਹਰਿਆਣੇ ਦੇ ਕਾਲਜ ਵੀ ਇਸ ਵਿੱਚ ਐਫੀਲੀਏਟਡ ਸਨ ਔਰ ਉਹਨਾਂ ਦਾ ਪੂਰਾ ਦਖਲ ਸੀ। ਸੈਨੇਟ ਦੇ ਵਿੱਚ ਵੀ ਉਹਨਾਂ ਦਾ ਦਖਲ ਸੀ ਕਿਉਂਕਿ ਉਹਨਾਂ ਦੇ ਕਾਫੀ ਸਾਰੇ ਕਾਲਜ ਜਿਹੜੇ ਸਨ ਐਫੀਲੀਏਟਡ ਸਨ। ਹਿਮਾਚਲ ਉਸੇ ਲੈਵਲ ਤੇ ਹੀ ਇਸ ਯੂਨੀਵਰਸਿਟੀ ਨੂੰ ਛੱਡ ਗਿਆ ਸੀ। ਬਾਅਦ ਦੇ ਵਿੱਚ ਜਦੋਂ ਹਰਿਆਣਾ ਨੇ ਆਪਣੀਆਂ ਨਵੀਆਂ ਯੂਨੀਵਰਸਿਟੀਆਂ ਬਣਾ ਲਈਆਂ ਔਰ ਆਫਕੋਰਸ ਇਸ ਗੱਲ ਦੇ ਮਾਮਲੇ ਵਿੱਚ ਸਾਨੂੰ ਹਰਿਆਣੇ ਦੀ ਤਾਰੀਫ ਕਰਨੀ ਪਏਗੀ ਕਿ ਉਹਨਾਂ ਨੇ ਬਹੁਤ ਜ਼ਿਆਦਾ ਯੂਨੀਵਰਸਿਟੀਆਂ ਔਰ ਵਧੀਆ ਤਰੀਕੇ ਦੀ ਯੂਨੀਵਰਸਿਟੀਆਂ ਕ੍ਰੀਏਟ ਕੀਤੀਆਂ। ਉਹਨਾਂ ਨੇ ਆਪਣੇ ਸਰਕਾਰੀ ਕਾਲਜਾਂ ਵੱਲ ਬਹੁਤ ਧਿਆਨ ਦਿੱਤਾ। ਕਾਫੀ ਸਾਰੇ ਉਹਨਾਂ ਦੇ ਕਾਲਜ ਨੇ, ਉਹਨਾਂ ਨੇ ਵਧੀਆ ਹਾਇਰ ਐਜੂਕੇਸ਼ਨ ਦਾ ਸਿਸਟਮ ਗਰੋ ਕੀਤਾ। ਤਾਂ ਫਿਰ ਉਹ ਇਸ ਪੰਜਾਬ ਯੂਨੀਵਰਸਿਟੀ ਵਿੱਚੋਂ ਨਿਕਲ ਗਏ ਬੰਸੀ ਲਾਲ ਦੀ ਸਰਕਾਰ ਦੇ ਵੇਲੇ। ਤਾਂ ਉਸ ਵੇਲੇ ਤੱਕ ਸਥਿਤੀ ਇਹ ਸੀ ਕਿ ਜਦੋਂ ਪਹਿਲਾਂ ਇੰਟਰਸਟੇਟ ਯੂਨੀਵਰਸਿਟੀ ਸੀ, ਪਹਿਲਾਂ ਹਿਮਾਚਲ ਗਿਆ, ਹਿਮਾਚਲ ਤੋਂ ਬਾਅਦ ਇੱਦਾਂ ਕਹੋ ਕਿ ਹਰਿਆਣਾ ਵੀ ਚਲਾ ਗਿਆ, ਫਿਰ ਇਕੱਲੇ ਪੰਜਾਬ ਦੀ ਯੂਨੀਵਰਸਿਟੀ ਰਹਿ ਗਈ। ਜਦੋਂ ਇਹ ਇੰਟਰਸਟੇਟ ਯੂਨੀਵਰਸਿਟੀ ਸੀ ਤਾਂ ਇਹਦਾ ਜਿਹੜਾ ਚਾਂਸਲਰ ਸੀ, ਵਾਈਸ ਚਾਂਸਲਰ ਤਾਂ ਯੂਨੀਵਰਸਿਟੀ ਦੇ ਵਿੱਚ ਇੱਕ ਪੋਸਟ ਹੈ, ਲੇਕਿਨ ਚਾਂਸਲਰ ਜਿਹੜੀ ਇੱਕ ਆਨਰਰੀ ਪੋਸਟ ਹੈ, ਹਮੇਸ਼ਾ ਇੱਜ਼ਤ ਨਾਲ ਦਿੱਤੀ ਜਾਂਦੀ ਹੈ ਤੇ ਉਹ ਇੱਦਾਂ ਕਹੋ ਕਿ ਸਾਡੇ ਜਿਹੜੇ ਦੇਸ਼ ਦੇ ਉਪ ਰਾਸ਼ਟਰਪਤੀ ਸਨ ਉਹ ਇਹਦੇ ਚਾਂਸਲਰ ਨਿਯੁਕਤ ਕੀਤੇ ਗਏ ਕਿਉਂਕਿ ਉਸ ਵੇਲੇ ਇਹ ਇੰਟਰਸਟੇਟ ਯੂਨੀਵਰਸਿਟੀ ਸੀ। ਬਾਅਦ ਦੇ ਵਿੱਚ ਜਦੋਂ ਹਰਿਆਣਾ ਤੇ ਹਿਮਾਚਲ ਨਿਕਲ ਗਏ, ਫਿਰ ਪੰਜਾਬ ਦੀ ਯੂਨੀਵਰਸਿਟੀ ਰਹਿ ਗਈ। ਤਕਨੀਕੀ ਤੌਰ ਤੇ ਚਾਹੀਦਾ ਤਾਂ ਇਹ ਸੀ ਕਿ ਉਸ ਵੇਲੇ ਪੰਜਾਬ ਦੇ ਗਵਰਨਰ ਜਿਹੜੇ ਸਨ ਉਹ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਾਏ ਜਾਂਦੇ, ਲੇਕਿਨ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਫਿਰ ਹਮੇਸ਼ਾ ਜਿਹੜੇ ਸਾਡੇ ਉਪ ਰਾਸ਼ਟਰਪਤੀ ਜੀ ਸਨ ਉਹੀ ਇਸ ਦੇ ਚਾਂਸਲਰ ਰਹੇ, ਹੁਣ ਤੱਕ ਉਹੀ ਰਹਿੰਦੇ ਨੇ ਔਰ ਚਾਂਸਲਰ ਕੋਲੇ ਹੀ ਵਾਈਸ ਚਾਂਸਲਰ ਨਿਯੁਕਤ ਕਰਨ ਦੀ ਸਾਰੀ ਪਾਵਰ ਹੈ। ਆਫਕੋਰਸ ਬਾਅਦ ਦੇ ਵਿੱਚ ਉਸ ਨੂੰ ਸੈਨੇਟ ਅਪਰੂਵ ਕਰਦੀ ਹੈ, ਪਰ ਅੱਜ ਤੱਕ ਕਦੇ ਨਹੀਂ ਹੋਇਆ ਕਿ ਜੋ ਚਾਂਸਲਰ ਸਾਹਿਬ ਨੇ ਇੱਕ ਵਾਈਸ ਚਾਂਸਲਰ ਲਾ ਦਿੱਤਾ ਹੋਵੇ ਤੇ ਸੈਨੇਟ ਨੇ ਕਦੇ ਉਸ ਨੂੰ ਚੈਲੰਜ ਕੀਤਾ ਹੋਵੇ। ਅਜਿਹਾ ਕਦੇ ਨਹੀਂ ਵਾਪਰਿਆ। ਸੋ ਕਾਫੀ ਦੇਰ ਤੱਕ ਸਿਲਸਿਲਾ ਇੱਦਾਂ ਚੱਲਦਾ ਰਿਹਾ, ਲੇਕਿਨ ਇਹ ਸਿਲਸਿਲਾ ਵਿਗੜਨ ਦੇ ਆਸਾਰ ਕਦੋਂ ਬਣਦੇ ਨੇ? ਜਦੋਂ ਇੰਟਰਸਟੇਟ ਯੂਨੀਵਰਸਿਟੀ ਤੋਂ ਇਹ ਪੰਜਾਬ ਯੂਨੀਵਰਸਿਟੀ ਦਾ ਬਣ ਗਈ, ਲੇਕਿਨ ਪੰਜਾਬ ਦਾ ਇਸ ਯੂਨੀਵਰਸਿਟੀ ਵੱਲ ਧਿਆਨ ਨਹੀਂ। ਪੰਜਾਬੀ ਸਾਥੀਓ, ਯੂਨੀਵਰਸਿਟੀ ਨੂੰ ਚਲਾਉਣਾ, ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਵਰਗੀ ਯੂਨੀਵਰਸਿਟੀ ਨੂੰ ਚਲਾਉਣਾ ਇੱਕ ਖਰਚੀਲਾ ਕੰਮ ਹੈ। ਜਦੋਂ ਤੱਕ ਪੰਜਾਬ ਦੀਆਂ ਸਰਕਾਰਾਂ ਦਾ ਧਿਆਨ ਸੀ ਕਿ ਯੂਨੀਵਰਸਿਟੀਆਂ ਹੋਣੀਆਂ ਚਾਹੀਦੀਆਂ ਨੇ, ਹਾਇਰ ਐਜੂਕੇਸ਼ਨ ਚਾਹੀਦੀ ਹੈ ਸਾਨੂੰ, ਉਦੋਂ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਆਈ। ਲੇਕਿਨ ਪ੍ਰੋਬਲਮ ਉਦੋਂ ਆਈ ਜਦੋਂ ਇਸ ਯੂਨੀਵਰਸਿਟੀ ਦੇ ਖਰਚੇ ਵਧਣ ਲੱਗੇ। ਸਾਨੂੰ UGC ਦੀ ਲੋੜ ਪੈ ਗਈ ਗ੍ਰਾਂਟ ਦੇ ਲਈ ਔਰ UGC ਗ੍ਰਾਂਟ ਦੇ ਵੀ ਰਹੀ ਸੀ ਔਰ ਚਾਂਸਲਰ ਸਾਹਿਬ ਦੇ ਹੱਥ 'ਚ ਸਾਰੀ ਤਾਕਤ ਸੀ। ਉਹ ਵਾਈਸ ਚਾਂਸਲਰ ਆਪਣੇ ਤਰੀਕੇ ਦਾ ਨਿਯੁਕਤ ਕਰਦੇ ਸਨ ਤੇ ਫਿਰ ਅੰਦਰ ਜਿਹੜੀ ਭਰਤੀ ਹੁੰਦੀ ਸੀ ਉਹਦੇ ਉੱਪਰ ਕੋਈ ਚੈੱਕ ਨਹੀਂ ਸੀ। ਪੰਜਾਬ ਦੀ ਯੂਨੀਵਰਸਿਟੀ ਰਹਿ ਗਈ, ਲੇਕਿਨ ਇਸ ਦੇ ਬਾਵਜੂਦ ਵੀ ਜਿਹੜੇ ਇੱਥੇ ਇੰਪਲਾਈਜ਼ ਭਰਤੀ ਕੀਤੇ ਜਾ ਰਹੇ ਸਨ, ਖਾਸ ਤੌਰ ਤੇ ਨਾਨ ਟੀਚਿੰਗ ਦੇ ਵਿੱਚ, ਉਹ ਬਹੁਤ ਜ਼ਿਆਦਾ ਹਿਮਾਚਲ ਤੋਂ ਆ ਰਹੇ ਸਨ ਔਰ ਟੀਚਿੰਗ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਪਲਾਈਜ਼ ਜਿਹੜੇ ਸਨ ਉਹ ਹੋਰ ਸਟੇਟਾਂ ਤੋਂ ਆਉਂਦੇ ਰਹੇ। ਹੌਲੀ ਹੌਲੀ ਉਹ ਅੰਦਰ ਇੰਨੇ ਕੁ ਤਾਕਤਵਰ ਹੋ ਗਏ, ਇੰਨੇ ਜ਼ਿਆਦਾ ਉਹਨਾਂ ਦੀ ਗਿਣਤੀ ਵੱਧ ਗਈ ਕਿ ਪੰਜਾਬੀਆਂ ਦੀ ਗਿਣਤੀ ਘਟ ਗਈ ਤੇ ਫਿਰ ਉੱਥੋਂ ਇੱਕ ਸ਼ਰਾਰਤ ਸ਼ੁਰੂ ਹੁੰਦੀ ਹੈ ਕਿ ਦੇਖੋ ਜੀ, ਪੰਜਾਬ ਇਸ ਯੂਨੀਵਰਸਿਟੀ ਨੂੰ ਖਰਚਾ ਨਹੀਂ ਦੇ ਸਕਦਾ, ਪੰਜਾਬ ਦੀ ਵਿੱਤੀ ਹਾਲਤ ਮਾੜੀ ਹੈ, ਪੰਜਾਬ ਗ੍ਰਾਂਟ ਨਹੀਂ ਦੇ ਪਾ ਰਿਹਾ, ਗ੍ਰਾਂਟ ਜਿਹੜੀ ਹੈ ਸੈਂਟਰ ਗਵਰਨਮੈਂਟ ਦੇ ਰਹੀ ਹੈ ਤੇ ਇਸ ਯੂਨੀਵਰਸਿਟੀ ਨੂੰ ਸੈਂਟਰ ਦੀ ਯੂਨੀਵਰਸਿਟੀ ਬਣਾ ਦਿੱਤਾ ਜਾਏ, ਭਾਵ ਪੰਜਾਬ ਕੋਲੋਂ ਖੋਲੀ ਜਾਏ। ਇਹ ਸ਼ਰਾਰਤ ਦਾ ਮੁੱਢ ਵੱਜਦਾ ਜਦੋਂ ਅੰਦਰੋਂ ਇਹ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਔਰ ਆਫਕੋਰਸ ਇਹ ਆਵਾਜ਼ਾਂ ਬਹੁਤੀਆਂ ਸਾਡਾ ਟੀਚਿੰਗ ਸਟਾਫ ਚੁੱਕਦਾ।
ਇਸ ਯੂਨੀਵਰਸਿਟੀ ਬਾਰੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿਆਂ ਕਿ ਇਹ ਪੰਜਾਬ ਸਟੇਟ ਦੀ ਯੂਨੀਵਰਸਿਟੀ ਹੈ। ਇਹਦੇ ਉੱਪਰ ਕੈਲੰਡਰ ਵੀ, ਭਾਵ ਜਿਹੜਾ ਇੰਪਲਾਈਜ਼ ਦਾ ਕੈਲੰਡਰ ਹੈ, ਉਹ ਵੀ ਪੰਜਾਬ ਸਰਕਾਰ ਦਾ ਕੈਲੰਡਰ ਲਾਗੂ ਹੁੰਦਾ। ਲੇਕਿਨ ਜਿਹੜਾ ਇੱਥੇ ਐਂਟੀ ਪੰਜਾਬੀ ਤਬਕਾ ਜਿਹੜਾ ਸੀ ਉਹ ਬੋਲਣਾ ਸ਼ੁਰੂ ਹੋ ਗਿਆ ਕਿ ਪੰਜਾਬ ਯੂਨੀਵਰਸਿਟੀ ਦੀ ਹਾਲਤ ਵਧੀਆ ਨਹੀਂ, ਦੇਖੋ ਜੀ ਸਾਨੂੰ ਗ੍ਰੇਡ ਬਹੁਤ ਮਿਲਦੇ ਆ, ਉੱਤੋਂ ਪੇ ਸਕੇਲ 5ਵਾਂ ਪੇ ਸਕੇਲ ਆ ਗਿਆ, 6ਵਾਂ ਆ ਗਿਆ, ਸਾਨੂੰ ਪੰਜਾਬ ਸਰਕਾਰ ਤਾਂ ਦੇ ਹੀ ਨਹੀਂ ਪਾ ਰਹੀ, ਤੁਸੀਂ ਇਹ ਯੂਨੀਵਰਸਿਟੀ ਪੰਜਾਬ ਕੋਲ ਖੋ ਕੇ ਸੈਂਟਰ ਨੂੰ ਫੜਾ ਦਿਓ। ਸਾਡੀ ਟੀਚਰਸ ਦੀ ਇੱਕ ਬਾਡੀ ਹੈ ਜਿਸ ਨੂੰ ਪੁਟਾ ਕਹਿੰਦੇ ਹਾਂ ਅਸੀਂ, ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ। ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਉਹਦੇ ਮੈਨੀਫੈਸਟੋ ਦੇ ਵਿੱਚ ਇਹ ਹਮੇਸ਼ਾ ਵਾਅਦਾ ਕੀਤਾ ਗਿਆ ਹੁੰਦਾ, ਜਿਹੜੇ ਵੀ ਲੋਕ ਇਲੈਕਸ਼ਨ ਲੜਦੇ ਨੇ ਉਹ ਬਕਾਇਦਾ ਵਾਅਦਾ ਕਰਦੇ ਨੇ ਕਿ ਅਸੀਂ ਜੀ ਕੋਸ਼ਿਸ਼ ਕਰਾਂਗੇ ਕਿ ਇਹ ਯੂਨੀਵਰਸਿਟੀ ਸੈਂਟਰ ਦੀ ਯੂਨੀਵਰਸਿਟੀ ਹੋ ਜਾਏ। ਕਿਉਂਕਿ ਟੀਚਰਾਂ ਨੂੰ ਪੇ ਸਕੇਲ ਮਿਲਦੇ ਰਹਿਣਗੇ, ਉਹਨਾਂ ਨੂੰ ਆਪਣੀ ਤਨਖਾਹ ਨਾਲ ਮਤਲਬ ਹੈ। 2014 ਚ ਆ ਕੇ ਮੈਂ ਇੱਥੇ ਸਵਾਲ ਕਰਨਾ ਸ਼ੁਰੂ ਕੀਤਾ ਬਕਾਇਦਾ ਕਿ ਤੁਸੀਂ ਇਹ ਕਿਉਂ ਵਾਅਦਾ ਕਰਦੇ ਹੋ ਕਿ ਇੱਦਾਂ ਸੈਂਟਰ ਦੀ ਯੂਨੀਵਰਸਿਟੀ। ਉਹ ਕਹਿੰਦੇ ਜੀ ਸਾਨੂੰ ਸਾਡੇ ਟੀਚਰ ਚਾਹੁੰਦੇ ਆ। ਮੈਂ ਕਿਹਾ ਟੀਚਰਾਂ ਦੇ ਚਾਅ ਨਾਲ ਕੀ ਹੁੰਦਾ ਹੈ, ਪੰਜਾਬ ਦੀ ਯੂਨੀਵਰਸਿਟੀ ਹੈ, ਪੰਜਾਬ ਕਿਉਂ ਛੱਡੂਗਾ? ਆਫਕੋਰਸ ਪੰਜਾਬ ਛੱਡਣਾ ਚਾਹੁੰਦਾ। ਤੁਹਾਨੂੰ ਜਾਣ ਕੇ ਬੜਾ ਸ਼ੌਕ ਲੱਗੂਗਾ, ਦੁੱਖ ਲੱਗੂਗਾ ਕਿ ਪੰਜਾਬ ਇਸ ਯੂਨੀਵਰਸਿਟੀ ਨੂੰ ਸ਼ਾਇਦ ਛੱਡਣਾ ਹੀ ਚਾਹੁੰਦਾ। ਪੰਜਾਬ ਸਰਕਾਰਾਂ ਨੇ ਇੱਕ ਵਾਰੀ ਬਾਦਲ ਸਾਹਿਬ ਨੇ ਛੱਡ ਵੀ ਦਿੱਤਾ ਸੀ, ਬਾਦਲ ਸਾਹਿਬ ਨੇ ਐਨਓਸੀ ਦੇਤਾ ਸੀ ਕਿ ਲੈ ਜਾਓ ਭਾਈ ਤੁਸੀਂ ਚੱਕ ਲਓ ਯੂਨੀਵਰਸਿਟੀ ਸਾਡੀ। ਉਹ ਗੁਰਦਿਆਲ ਸਿੰਘ ਨਾਵਲਕਾਰ ਸਨ ਜਿਹੜੇ ਉਹਨਾਂ ਨੇ ਬੜਾ ਗਰਮੀ ਦੇ ਨਾਲ ਇੱਕ ਆਰਟੀਕਲ ਲਿਖਿਆ, ਨੈਕਸਟ ਡੇ ਅਜੀਤ ਅਖਬਾਰ ਦੇ ਵਿੱਚ ਛਪਿਆ, ਹੋਰ ਬੁੱਧੀਜੀਵੀ ਬੋਲੇ, ਤਾਂ ਬਾਦਲ ਸਾਹਿਬ ਨੂੰ ਪ੍ਰੈਸ਼ਰ ਦੇ ਅਧੀਨ ਉਹ ਐਨਓਸੀ ਵਾਪਸ ਲੈਣਾ ਪਿਆ ਕਿਉਂਕਿ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬ ਦਾ ਲਾਸਟ ਲਿੰਕ ਹੈ। ਹੋਵੇ ਨਾ ਹੋਵੇ, ਆਫਕੋਰਸ ਸਾਡੀ ਯੂਨੀਵਰਸਿਟੀ ਹੈ ਔਰ ਸਿੱਖਿਆ ਜਿਹੜਾ ਹੈ ਉਹ ਸਟੇਟ ਦਾ ਅਧਿਕਾਰ ਹੈ। ਜੇ ਸਟੇਟ ਕੋਲੇ ਪੈਸੇ ਨਹੀਂ ਹੈਗੇ ਤਾਂ ਤੁਸੀਂ ਵੇਚ ਦਿਓ ਸਟੇਟ। ਤੁਸੀਂ ਕਿਉਂ ਇੱਕ ਕਰਕੇ ਚੀਜ਼ਾਂ ਵੇਚੀ ਜਾਂਦੇ ਹੋ? ਛੱਡ ਦਿਓ। ਤਾਂ ਪੰਜਾਬ ਸਰਕਾਰਾਂ ਦਾ ਧਿਆਨ ਨਹੀਂ ਹੈ। ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਰੌਲਾ ਪੈਂਦੇ ਨੂੰ 2 ਮਹੀਨੇ ਹੋ ਚੁੱਕੇ ਆ, ਅੱਜ ਤੱਕ ਪੰਜਾਬ ਸਰਕਾਰ ਵੱਲੋਂ ਕਦੇ ਕੋਈ ਬਿਆਨ ਨਹੀਂ ਆਇਆ, ਕੈਪਟਨ ਸਾਹਿਬ ਨੇ ਕੋਈ ਬਿਆਨ ਨਹੀਂ ਦਿੱਤਾ, ਜਿਹੜਾ ਐਡਾ ਵੱਡਾ ਵਿਵਾਦ ਹੋ ਚੁੱਕਿਆ। ਸੋ ਇਹ ਪਾਸਟ ਦੀਆਂ ਗੱਲਾਂ ਨੇ ਸਾਰੀਆਂ, ਇਸ ਤਰੀਕੇ ਦੇ ਨਾਲ ਚੱਲਦਾ ਆ ਰਿਹਾ ਸੀ। ਅੰਦਰੋਂ ਡਿਮਾਂਡ ਉੱਠਣੀ ਸ਼ੁਰੂ ਹੋ ਗਈ, ਸੈਂਟਰ ਦੀ ਯੂਨੀਵਰਸਿਟੀ ਕੀਤੀ ਜਾਵੇ। ਹੌਲੀ ਹੌਲੀ ਪੰਜਾਬੀ ਦਬਦੇ ਗਏ ਤੇ ਇੱਥੇ ਗੈਰ ਪੰਜਾਬੀਆਂ ਦਾ ਬੋਲਬਾਲਾ ਹੁੰਦਾ ਗਿਆ। ਫਿਰ ਭਰਤੀ ਲੈਵਲ ਤੇ ਹੀ ਧੱਕਾ ਆਉਣਾ ਸ਼ੁਰੂ ਹੋ ਗਿਆ। ਅਬ ਭਾਵੇਂ ਸਾਰਾ ਕੁਝ ਜਿਹੜਾ ਚੱਲਦਾ ਆਇਆ, ਲੇਕਿਨ ਜਦੋਂ ਇਹ ਭਾਜਪਾ ਸਰਕਾਰ ਆਈ ਦੇਸ਼ ਦੇ ਵਿੱਚ ਤਾਂ ਫਿਰ ਤਾਂ ਸਮਝੋ ਚੀਜ਼ਾਂ ਬਦਲ ਗਈਆਂ। ਫਿਰ ਤਾਂ ਮਾਮਲਾ ਬਿਲਕੁਲ ਹੀ ਉਲਟ ਗਿਆ। ਪਹਿਲਾਂ ਡਾਕਟਰ ਅਰਨ ਗਰੋਵਰ, ਜਿਹੜੇ ਪ੍ਰੋਫੈਸਰ ਅਰਨ ਗਰੋਵਰ ਸਨ, ਉਹ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ, ਉਹ ਪੰਜਾਬੀ ਸਨ। ਮੈਂ ਇੱਕ ਹੋਰ ਵੀ ਚੀਜ਼ ਤੁਹਾਨੂੰ ਦੱਸਣੀ ਚਾਹਾਂਗਾ ਕਿ ਭਾਵੇਂ ਇਹ ਲਿਖਿਤ ਸੰਵਿਧਾਨ ਤਾਂ ਨਹੀਂ ਹੈ ਇਸ ਯੂਨੀਵਰਸਿਟੀ ਦਾ, ਪਰ ਇੱਕ ਰਵਾਇਤ ਰਹੀ ਕਿ ਹਮੇਸ਼ਾ ਇੱਥੇ ਜਿਹੜਾ ਵੀ ਵਾਈਸ ਚਾਂਸਲਰ ਲੱਗਦਾ ਰਿਹਾ ਉਹ ਪੰਜਾਬੀ ਬੈਕਗਰਾਊਂਡ ਦਾ ਹੁੰਦਾ ਸੀ। ਭਾਵੇਂ ਸਿੱਖ ਤਾਂ ਨਹੀਂ ਕੋਈ ਲੱਗਿਆ, ਲੇਕਿਨ ਉਹ ਪੰਜਾਬੀ ਬੈਕਗਰਾਊਂਡ ਦਾ ਜ਼ਰੂਰ ਹੁੰਦਾ ਸੀ। ਸੋ ਇੱਕ KN ਪਾਠਕ ਜੀ, ਉਹਨਾਂ ਨੂੰ ਛੱਡ ਦਈਏ ਕਿਉਂਕਿ ਉਹ ਇਸ ਯੂਨੀਵਰਸਿਟੀ ਦੇ ਸਟੂਡੈਂਟ ਸਨ, ਇੱਥੋਂ ਦੇ ਟੀਚਰ ਸਨ ਤੇ ਉਹਨਾਂ ਨੂੰ ਇਹ ਚਾਂਸ ਲੱਗਿਆ। ਲੇਕਿਨ ਇਸ ਤੋਂ ਬਿਨਾਂ ਇੱਕ ਰਵਾਇਤ ਹੀ ਬਣੀ ਹੋਈ ਸੀ ਕਿ ਹਮੇਸ਼ਾ ਪੰਜਾਬ ਯੂਨੀਵਰਸਿਟੀ ਦਾ ਇੱਕ ਜਿਹੜਾ ਵਾਈਸ ਚਾਂਸਲਰ ਹੋਵੇਗਾ ਪੰਜਾਬੀ ਬੈਕਗਰਾਊਂਡ ਦਾ ਹੋਵੇਗਾ। ਲੇਕਿਨ ਭਾਜਪਾ ਨੇ ਆ ਕੇ ਰਵਾਇਤ ਤੋੜਤੀ। ਸਾਡੇ ਕੋਲੇ ਇੱਕ ਰਾਜਕੁਮਾਰ ਜੀ, ਉਹ ਬਨਾਰਸ ਤੋਂ ਆਏ ਨੇ ਔਰ ਉਹ ਕੋਈ ਟ੍ਰੈਡੀਸ਼ਨਲ ਐਜੂਕੇਸ਼ਨ ਦੇ ਵੀ, ਪ੍ਰੋਫੈਸ਼ਨਲ ਐਜੂਕੇਸ਼ਨ ਦੇ ਉਹ ਐਕਸਪਰਟ ਨੇ ਔਰ ਉਹ RSS ਨਾਲ ਜੁੜੇ ਹੋਏ ਨੇ। ਉਹਨਾਂ ਨੇ ਕਦੇ ਇਹ ਗੱਲ ਕੋਈ ਵੀ ਨਹੀਂ, ਜਿਸ ਦਿਨ ਉਹਨਾਂ ਦੀ ਨਿਯੁਕਤੀ ਹੋਈ ਉਹਨਾਂ ਨੇ ਜੁਆਇਨ ਕੀਤਾ, ਪਹਿਲੇ ਹੀ ਦਿਨ ਉਹ ਜੁਆਇਨ ਕਰਨ ਤੋਂ ਤੁਰੰਤ ਬਾਅਦ ਚੰਡੀਗੜ੍ਹ ਦੇ RSS ਦੇ ਦਫ਼ਤਰ ਦੇ ਵਿੱਚ ਜਾ ਕੇ ਹਾਜ਼ਰੀ ਲਵਾ ਕੇ ਆਏ। ਉਸ ਤੋਂ ਬਾਅਦ ਚੀਜ਼ਾਂ ਪਲਟ ਗਈਆਂ। ਇਸ ਯੂਨੀਵਰਸਿਟੀ ਦੇ ਵਿੱਚ ਕਾਫੀ ਕੁਝ ਚੇਂਜਸ ਹੋਈਆਂ ਔਰ ਪੰਜਾਬੀਆਂ ਨੂੰ ਚੁਣ ਕੇ ਇੱਦਾਂ ਕਹੋ ਕੇ ਗੁੱਠੇ ਲਾਇਆ ਗਿਆ। ਯੂਨੀਵਰਸਿਟੀ ਦੀਆਂ 13 ਵੱਡੀਆਂ ਪੋਸਟਾਂ ਦੇ ਉੱਪਰ ਅੱਜ ਕੱਲ੍ਹ 1-2 ਪੰਜਾਬੀ ਹੈ। ਔਰ ਇਹ ਵੀ ਇੱਕ ਰਵਾਇਤ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਐਡਮ ਬਲਾਕ ਦੇ ਵਿੱਚ, ਐਡਮਿਨਿਸਟ੍ਰੇਸ਼ਨ ਬਲਾਕ ਦੇ ਵਿੱਚ ਕੰਟਰੋਲਰ ਤੇ ਰਜਿਸਟਰਾਰ ਦੇ ਵਿੱਚੋਂ ਹਮੇਸ਼ਾ ਇੱਕ ਸਿੱਖ ਹੁੰਦਾ ਸੀ। ਉਹ ਵੀ ਰਵਾਇਤ ਤੋੜ ਦਿੱਤੀ ਗਈ। ਇੱਕ ਬੰਦੇ ਨੂੰ 2-2 ਪੋਸਟਾਂ ਦੇ ਦਿੱਤੀਆਂ ਗਈਆਂ। ਖੇਡਾਂ ਦਾ ਜਿਹੜਾ ਇੰਚਾਰਜ ਹੈ ਉਹ ਇਸ ਵੇਲੇ ਹੋਟਲ ਮੈਨੇਜਮੈਂਟ ਦਾ ਬੰਦਾ ਲਾ ਦਿੱਤਾ ਗਿਆ। ਭਾਵ ਇਸ ਤਰੀਕੇ ਦੇ ਫੈਸਲੇ ਹੋਣੇ ਸ਼ੁਰੂ ਹੋ ਗਏ। ਸੈਨੇਟ ਕਿਉਂਕਿ ਬਚਾ ਹੀ ਨਹੀਂ ਗਈ, ਸੈਨੇਟ ਬਚਾ ਨਹੀਂ ਸਕੀ ਖੁਦ ਨੂੰ, ਤੇ ਫਿਰ ਇਹ ਫੈਸਲੇ ਇੱਕੋ ਹੀ ਬੰਦਾ ਲੈ ਰਿਹਾ, ਉਸੀ ਵਾਈਸ ਚਾਂਸਲਰ। ਤਾਂ ਫਿਰ ਇਹੋ ਜਿਹੀਆਂ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਕਿਉਂਕਿ ਭਾਜਪਾ ਨੂੰ ਇਹ ਯੂਨੀਵਰਸਿਟੀ ਹਮੇਸ਼ਾ ਚਾਹੀਦੀ ਸੀ। ਭਾਰਤੀ ਜਨਤਾ ਪਾਰਟੀ ਨੂੰ ਇਹ ਯੂਨੀਵਰਸਿਟੀ ਹਮੇਸ਼ਾ ਚਾਹੀਦੀ ਹੈ ਕਿਉਂਕਿ ਉਹ ਇਸ ਦੇਸ਼ ਨੂੰ ਇੱਕ ਰਾਸ਼ਟਰ, ਇੱਕ ਐਜੂਕੇਸ਼ਨ ਸਿਸਟਮ, ਇੱਕ ਬੋਲੀ, ਇੱਕ ਭਾਵ ਉਹ ਸਾਰੇ ਦੇਸ਼ ਨੂੰ ਇੱਕ ਬਣਾਉਣਾ ਚਾਹੁੰਦੇ ਆ। ਤੇ ਪੰਜਾਬ ਯੂਨੀਵਰਸਿਟੀ ਉਹਨਾਂ ਦੇ ਰਾਹ 'ਚ ਇੱਕ ਵੱਡੀ ਰੁਕਾਵਟ ਹੈ ਨਾਰਥ ਇੰਡੀਆ ਨੂੰ ਜਿੱਤਣ ਦੇ ਲਈ। JLU ਤੋਂ ਬਾਅਦ, ਭਾਵ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਵਿਵਾਦ ਤੁਸੀਂ ਅਕਸਰ ਸੁਣਦੇ ਹੋ। ਤਾਂ ਮਿੱਤਰੋ ਇੱਕ ਚੀਜ਼ ਇਹ ਸਮਝ ਲਓ ਕਿ JLU ਤੋਂ ਬਾਅਦ ਅਗਰ ਸਾਰੇ ਦੇਸ਼ ਦੇ ਵਿੱਚ ਕੋਈ ਯੂਨੀਵਰਸਿਟੀ ਇੰਟੈਲੈਕਚੁਅਲ ਸਟੂਡੈਂਟ ਪੈਦਾ ਕਰ ਰਹੀ ਹੈ ਤੇ ਉਹ ਪੰਜਾਬ ਯੂਨੀਵਰਸਿਟੀ ਹੈ। ਉਹ ਸਟੂਡੈਂਟ ਜਿਹੜੇ ਸਵਾਲ ਕਰਦੇ ਨੇ, ਰਾਜਨੀਤੀ ਵਿੱਚ ਜਾਂਦੇ ਨੇ। ਇੱਥੋਂ ਦਾ ਲਾਅ ਡਿਪਾਰਟਮੈਂਟ ਜਿਹੜਾ ਹੈ ਉਸਨੇ ਬਹੁਤ ਵਧੀਆ ਵਕੀਲ ਤੇ ਬਹੁਤ ਵਧੀਆ ਜੱਜ ਪੈਦਾ ਕੀਤੇ ਨੇ। ਉਹ ਕਿੰਨੇ ਹੀ ਪੋਲੀਟੀਸ਼ੀਅਨ ਦੇ ਵਿੱਚ ਗਏ ਹੋਏ ਤੁਸੀਂ ਹਰ ਦੂਜਾ ਤੀਜਾ ਬੰਦਾ ਦੇਖ ਸਕਦੇ ਹੋ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਿਹੜਾ ਤੁਰਿਆ ਫਿਰਦਾ, ਉਹ ਪੰਜਾਬ ਯੂਨੀਵਰਸਿਟੀ ਦਾ ਪ੍ਰੋਡਕਟ ਹੈ।
ਔਰ ਇਸਨੇ ਇੰਟੈਲੈਕਟ ਪੈਦਾ ਕੀਤੇ ਆ। ਇੱਥੋਂ ਦੀਆਂ 3-4 ਵਿਦਿਆਰਥੀ ਜਥੇਬੰਦੀਆਂ ਨੇ ਜਿਨ੍ਹਾਂ ਦੇ ਬੜੇ ਸ਼ਾਨਦਾਰ ਇਤਿਹਾਸ ਨੇ, ਜਿਨ੍ਹਾਂ 'ਚੋਂ NSU, PUSU, ਪੁਸੂ ਜਿਸ ਨੂੰ ਕਹਿੰਦੇ ਨੇ, ਔਰ ਬਾਅਦ ਦੇ ਵਿੱਚ ਸੋਈ ਭਾਵ ਅਕਾਲੀਆਂ ਨੇ ਆਪਣਾ ਇੱਥੇ ਬਹੁਤ ਵੱਡਾ ਇੱਕ ਮਤਲਬ ਕਿ ਗਰੁੱਪ ਕ੍ਰੀਏਟ ਕੀਤਾ, ਸੋਈ ਜਿਸ ਨੂੰ ਕਿਹਾ ਜਾਂਦਾ ਹੈ। ਔਰ ਇਸ ਤੋਂ ਬਿਨਾਂ SFS ਜਿਹੜਾ ਕਿ ਮਤਲਬ ਕਿ ਲੈਫਟਿਸਟ ਵਿਚਾਰਾਂ ਵਾਲੇ ਨੌਜਵਾਨਾਂ ਦੀ ਜਥੇਬੰਦੀ ਆ, ਉਹਨਾਂ ਨੇ ਤਾਂ ਇੱਥੇ ਬਹੁਤ ਵੱਡੇ ਪੱਧਰ ਦੇ ਉੱਪਰ ਇੱਦਾਂ ਕਹੋ ਕਿ ਇਹ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਵਿਚਾਰ ਦੇ ਪ੍ਰਚਾਰ ਦੇ ਨਾਲ ਅੱਗੇ ਚੱਲਦੇ ਸਨ। ਲੇਕਿਨ ਯੂਨੀਵਰਸਿਟੀ ਜਿਹੜੀ ਹੈ ਹੁਣ ਜਿਹੜੀ ਸਥਿਤੀ ਬਣ ਗਈ ਉਹ ਇਹ ਕਿ ਉੱਪਰ ਸੈਨੇਟ ਹੈ ਔਰ ਵਿਦਿਆਰਥੀਆਂ ਦੇ ਵਿੱਚ ਹੋਰ ਜਥੇਬੰਦੀਆਂ ਨੇ, BJP ਕਿਤੇ ਵੀ ਨਹੀਂ ਹੈ। ਤਾਂ ਉਹਨਾਂ ਨੂੰ ਇਹ ਚੀਜ਼ ਚੁਭਦੀ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਯੂਨੀਵਰਸਿਟੀ ਨਾ ਪੰਜਾਬ ਸਰਕਾਰ ਦੀ ਸੁਣਦੀ ਹੈ, ਕਿਉਂਕਿ ਆਪਣੀ ਸੈਨੇਟ ਸਿਸਟਮ ਹੈ, ਨਾ ਹੀ ਕੇਂਦਰ ਸਰਕਾਰ ਦੀ ਸੁਣਦੀ ਹੈ। ਪੰਜਾਬ ਸਰਕਾਰ ਨੇ ਕਦੇ ਦਖਲ ਨਹੀਂ ਦਿੱਤਾ। ਉਹਨਾਂ ਨੂੰ ਐਂ ਲੱਗਦਾ ਜੇ ਦਖਲ ਦੇਵਾਂਗੇ ਤਾਂ ਸਾਨੂੰ ਪੈਸੇ ਹੋਰ ਦੇਣੇ ਪੈਣਗੇ, ਉਹ ਪੈਸੇ ਤੋਂ ਡਰਦੇ ਨੇ। ਪਰ ਕੇਂਦਰ ਸਰਕਾਰ ਕਿਉਂਕਿ 200-250 ਕਰੋੜ ਰੁਪਏ ਦਾ ਹਰ ਸਾਲ ਗ੍ਰਾਂਟ ਦੇ ਰਿਹਾ ਸੀ, ਤੇ ਉਸ ਨੂੰ ਐਂ ਲੱਗਦਾ ਅਸੀਂ ਇੰਨੇ ਪੈਸੇ ਦੇ ਰਹੇ ਹਾਂ ਯੂਨੀਵਰਸਿਟੀ ਵੀ, ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਆਫਕੋਰਸ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ। ਜੇ ABVP ਨੇ ਔਰ ਜਿਹੜੇ ਕੀ ਨਾਮ RSS ਦੇ ਵਿੰਗ ਨੇ ਇੱਥੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕੀਤੀ, ਉਹ ਵਿਦਿਆਰਥੀਆਂ ਵਿੱਚ ਕਦੇ ਵੀ ਸਫਲ ਨਹੀਂ ਹੋ ਪਾਏ। ਇਸ ਦੇ ਬਾਵਜੂਦ ਵੀ ਕਿ ਜਦੋਂ ਦੇ VC ਸਾਹਿਬ ਆਏ ਨੇ ਤਾਂ ਓਪਨਲੀ ਉਹਨਾਂ ਦੀ ਸਪੋਰਟ ਕੀਤੀ ਗਈ, ਉਹ ਕਦੇ ਨਹੀਂ ਜਿੱਤ ਪਾਏ। ਔਰ ਜਿਹੜੇ ਸੈਨੇਟ ਦੇ ਵਿੱਚ ਵੀ ਉਹਨਾਂ ਦੇ ਬੰਦੇ ਕਦੇ ਨਹੀਂ ਜਿੱਤ ਪਾਉਂਦੇ। ਆ ਜਿਹੜੀਆਂ ਹੁਣ ਇਲੈਕਸ਼ਨਾਂ ਚੱਲ ਰਹੀਆਂ ਨੇ, ਹੋ ਰਹੀਆਂ ਨੇ, ਤਾਂ ਇਹ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਦਾ ਧੜਾ ਬਿਲਕੁਲ ਸਾਫ਼ ਹੈ। ਨੋਮੀਨੇਟ ਕਰਕੇ ਜ਼ਰੂਰ ਭਾਵੇਂ ਉਹ RSS ਦੇ ਬੰਦੇ ਅੰਦਰ ਲਿਆਉਣ, ਜਿੱਤ ਤਾਂ ਉਹ ਕਦੇ ਪਾਉਂਦੇ ਨਹੀਂ। ਤਾਂ ਇਹ ਚੀਜ਼ ਉਹਨਾਂ ਨੂੰ ਚੁਭਦੀ ਹੈ। ਇੱਕ ਸੈਨੇਟ ਦੀ ਮੀਟਿੰਗ ਦੇ ਵਿੱਚ ਬਕਾਇਦਾ ਮੈਡਮ ਕਿਰਨ ਖੇਰ ਜਿਹੜੇ ਕਿ MLA ਦੇ ਤੌਰ 'ਤੇ ਉੱਥੇ ਬੈਠੇ ਸਨ, ਉਹਨਾਂ ਨੇ ਓਪਨਲੀ ਕਿਹਾ ਜੇ ਅਸੀਂ ਧਾਰਾ 370 ਉਡਾ ਸਕਦੇ ਹਾਂ, ਅਸੀਂ ਯੂਨੀਵਰਸਿਟੀ ਦਾ ਐਕਟ ਹੀ ਉਡਾ ਦਿਆਂਗੇ, ਅਸੀਂ ਸੈਨੇਟ ਹੀ ਉਡਾ ਦਿਆਂਗੇ। ਸੋਮ ਪ੍ਰਕਾਸ਼ ਸ਼ਰਮਾ ਜੀ ਨੇ ਵੀ, ਸੋਮ ਪ੍ਰਕਾਸ਼ ਨੇ, ਸ਼ਰਮਾ ਨਹੀਂ ਹੈ, ਮਿਸਟਰ ਸੋਮ ਪ੍ਰਕਾਸ਼ ਨੇ, ਉਹ ਭਾਜਪਾ ਦੇ ਇੱਕ MLA ਨੇ, ਉਹਨਾਂ ਨੇ ਵੀ ਇਹ ਧਮਕੀ ਦਿੱਤੀ ਕਿ ਅਸੀਂ ਦੇਖ ਲਾਂਗੇ। ਔਰ ਉਹਨਾਂ ਨੇ ਦੇਖ ਲਿਆ ਫਿਰ, ਔਰ ਉਹਨਾਂ ਨੇ ਉਹੀ ਕੀਤਾ ਜੋ ਕਰਨਾ ਚਾਹੁੰਦੇ ਸਨ। ਉਹਨਾਂ ਨੇ ਸੈਨੇਟ ਨੂੰ ਉਡਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਦੋ ਤਰੀਕੇ ਨਾਲ। 2021 ਦੇ ਵਿੱਚ, 2020 ਦੇ ਵਿੱਚ ਅਚਾਨਕ ਸਾਡੇ ਜਿਹੜੇ ਮਾਨਯੋਗ VC ਸਾਹਿਬ ਨੇ, ਰਾਜਕੁਮਾਰ ਜੀ, ਉਹਨਾਂ ਨੇ ਸੈਨੇਟ ਤੇ ਸਿੰਡੀਕੇਟ ਦੀਆਂ ਮੀਟਿੰਗਾਂ ਕਰਾਉਣੀਆਂ ਬੰਦ ਕਰ ਦਿੱਤੀਆਂ। ਸਾਲ ਦੇ ਵਿੱਚ 3 ਮੀਟਿੰਗਾਂ ਹੋਣੀਆਂ ਜ਼ਰੂਰੀ ਨੇ ਸੈਨੇਟ ਦੀਆਂ, ਲੇਕਿਨ ਉਹਨਾਂ ਨੇ ਕਰਾਈਆਂ ਹੀ ਨਹੀਂ। ਸਿੰਡੀਕੇਟ ਦੀ ਹਰ ਮਹੀਨੇ ਇੱਕ ਮੀਟਿੰਗ ਹੁੰਦੀ ਸੀ, ਘੱਟੋ ਘੱਟ ਉਹਨਾਂ ਨੇ 3-4 ਹੀ ਕਰਾਈਆਂ। 2020 ਦੇ ਵਿੱਚ ਉਹਨਾਂ ਨੇ ਕਰੋਨਾ ਦਾ ਹਵਾਲਾ ਦੇ ਕੇ ਬੰਦ ਕਰਤੀਆਂ। ਔਰ ਹੁਣ ਦੇਖੋ, ਜਦੋਂ ਸੈਨੇਟ ਤੇ ਸਿੰਡੀਕੇਟ ਦੀਆਂ ਮੀਟਿੰਗਾਂ ਨਹੀਂ ਹੋ ਰਹੀਆਂ, ਸਾਰੀ ਪਾਵਰ ਜਿਹੜੀ ਸੀ ਉਹਨਾਂ ਕੋਲ ਚਲੀ ਗਈ। ਇਹ ਇੱਕ ਬਹੁਤ ਚਿੰਤਾ ਵਾਲੀ ਗੱਲ ਬਣ ਗਈ। ਫਿਰ ਉਹਨਾਂ ਨੇ ਉਹੀ ਫੈਸਲੇ ਕੀਤੇ ਜੋ ਉਹਨਾਂ ਨੂੰ ਸੂਟ ਕਰਦੇ ਸੀ। ਤੇ ਬਾਅਦ ਦੇ ਵਿੱਚ ਫਿਰ ਕੀ ਹੋਇਆ, ਕੁਝ ਮੈਂਬਰ ਜਿਹੜੇ ਸਨ, ਪਹਿਲਾਂ ਤਾਂ ਉਹਨਾਂ ਨੇ ਧਰਨੇ ਦਿੱਤੇ, ਜਦੋਂ ਨਹੀਂ ਮੰਨੀ ਕਿਸੇ ਨੇ ਗੱਲ, ਤਾਂ ਕੁਝ ਮੈਂਬਰ ਹਾਈ ਕੋਰਟ ਵਿੱਚ ਚਲੇ ਗਏ, ਔਰ ਹਾਈ ਕੋਰਟ ਨੇ ਯੂਨੀਵਰਸਿਟੀ ਨੂੰ ਆਦੇਸ਼ ਦਿੱਤਾ ਕਿ ਤੁਸੀਂ ਇਲੈਕਸ਼ਨ ਕਰਾਓ। ਹੁਣ ਯੂਨੀਵਰਸਿਟੀ ਫਸ ਗਈ। ਉਹਨਾਂ ਨੂੰ ਇਲੈਕਸ਼ਨ ਕਰਾਉਣੇ ਪੈਣੇ ਸੀ, ਲੇਕਿਨ ਉਹਦੇ ਵਿੱਚ ਉਹ ਚਲਾਕੀ ਕਰ ਗਏ। ਇੱਥੇ ਇੱਕ ਹੋਰ ਪ੍ਰੋਬਲਮ ਵੀ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਹੜੀ ਇਹ ਸੈਨੇਟ ਬਣਦੀ ਹੈ, ਇਹਦੇ ਵਿੱਚੋਂ 15 ਮੈਂਬਰ ਇਹੋ ਜਿਹੇ ਹੁੰਦੇ ਨੇ ਜਿਹਦੇ ਲਈ ਸਟੂਡੈਂਟਸ ਵੋਟ ਕਰਦੇ ਨੇ, ਤੇ ਉਹ ਢਾਂਚਾ ਉੱਤੋਂ ਬਦਲਿਆ ਨਹੀਂ ਗਿਆ। ਇਹ ਸਟੂਡੈਂਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਹੋਰ ਸਟੇਟਾਂ ਦੇ ਵੀ ਵੋਟ ਕਰਦੇ ਨੇ ਜਿਹੜੇ ਇੱਥੇ ਪੜ੍ਹਦੇ ਨੇ। ਹੁਣ ਪ੍ਰੋਬਲਮ ਇਹ ਹੈ ਕਿ ਉਮੀਦ ਹੀ ਸੀ, ਜਿਵੇਂ ਕਿ ਹਾਈ ਕੋਰਟ ਨੇ ਵੀ ਪਹਿਲਾਂ ਹੀ ਖਦਸ਼ਾ ਜ਼ਾਹਿਰ ਕਰਤਾ ਸੀ ਕਿ ਇਲੈਕਸ਼ਨ ਹੋਣੇ ਨਹੀਂ। VC ਸਾਹਿਬ ਨੇ ਕਿਹਾ ਕਿ ਠੀਕ ਹੈ ਜੀ, ਅਸੀਂ ਕਈ ਸਟੇਟਾਂ ਨੂੰ ਚਿੱਠੀ ਲਿਖਦੇ ਹਾਂ। ਉਹਨਾਂ ਨੇ ਚਿੱਠੀ ਲਿਖਤੀ ਚੰਡੀਗੜ੍ਹ ਨੂੰ, ਚੰਡੀਗੜ੍ਹ ਨੇ ਕਿਹਾ ਇਲੈਕਸ਼ਨ ਕਰਾ ਲਓ। ਪੰਜਾਬ ਸਰਕਾਰ ਨੇ ਪਹਿਲਾਂ ਕਹਿਤਾ ਇਲੈਕਸ਼ਨ ਕਰਾ ਲਓ। ਹਿਮਾਚਲ ਤੇ ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਸੀ, ਉਹਨਾਂ ਨੇ ਹੱਥ ਖੜੇ ਕਰਤੇ, ਅਸੀਂ ਇਲੈਕਸ਼ਨ ਨਹੀਂ ਕਰਾ ਸਕਦੇ। ਭਾਵ ਗ੍ਰੈਜੂਏਟ ਕੰਸਟੀਚੁਐਂਸੀ ਦੇ ਵਿੱਚੋਂ। ਹੈਰਾਨੀ ਉਦੋਂ ਹੋਈ ਜਦੋਂ ਪੰਜਾਬ ਸਰਕਾਰ ਵੀ ਬਾਅਦ ਦੇ ਵਿੱਚ ਮੁੱਕਰ ਗਈ ਕਿ ਅਸੀਂ ਇਲੈਕਸ਼ਨ ਨਹੀਂ ਕਰਾ ਸਕਦੇ। ਤੇ ਬਸ ਫਿਰ ਉਹ ਇਲੈਕਸ਼ਨ ਗ੍ਰੈਜੂਏਟ ਕੰਸਟੀਚੁਐਂਸੀ ਦੇ ਫਸ ਗਏ। ਤਾਂ ਫਿਰ ਜਿਹੜੇ ਇੱਕ ਮਿਸਟਰ ਰਵਿੰਦਰ ਧਾਲੀਵਾਲ ਨੇ, ਉਹ ਇੱਥੇ ਆ ਕੇ ਧਰਨੇ ਤੇ ਬੈਠੇ ਨੇ, ਕੁਝ ਵਿਦਿਆਰਥੀ ਲਗਾਤਾਰ ਧਰਨੇ ਤੇ ਬੈਠੇ ਨੇ। ਹੁਣ ਰੌਲਾ ਇਹ ਹੈ ਕਿ ਬਾਕੀ ਸਾਰੀਆਂ ਕੰਸਟੀਚੁਐਂਸੀ ਦੇ ਵਿੱਚ ਇਲੈਕਸ਼ਨ ਹੋ ਚੁੱਕੇ ਨੇ, ਸਵਾਏ ਇੱਕ ਗ੍ਰੈਜੂਏਟ ਕੰਸਟੀਚੁਐਂਸੀ ਦੇ ਇਲੈਕਸ਼ਨ ਜਿਹੜੇ ਨੇ ਨਹੀਂ ਹੋਏ। ਤੇ ਉਹਦੇ ਬਿਨਾਂ ਸੈਨੇਟ ਨਹੀਂ ਬਣ ਸਕਦੀ। ਸੈਨੇਟ ਨਹੀਂ ਬਣ ਸਕਦੀ ਤਾਂ ਸਿੰਡੀਕੇਟ ਨਹੀਂ ਬਣ ਸਕਦੀ, ਔਰ ਜੇ ਸਿੰਡੀਕੇਟ ਨਹੀਂ ਬਣ ਸਕਦੀ ਤਾਂ ਸਮਝੋ ਇਹ ਯੂਨੀਵਰਸਿਟੀ ਜਿਹੜੀ ਹੈ ਵਾਈਸ ਚਾਂਸਲਰ ਦੇ ਕਬਜ਼ੇ ਵਿੱਚ ਹੈ। ਔਰ ਵਾਈਸ ਚਾਂਸਲਰ ਕਿਉਂਕਿ RSS ਨਾਲ ਜੁੜੇ ਹੋਏ ਨੇ, ਤਾਂ ਇੱਕ ਤਰੀਕੇ ਨਾਲ ਮੰਨ ਕੇ ਚੱਲੀਏ ਕਿ ਇਹ ਯੂਨੀਵਰਸਿਟੀ ਹਾਲ ਦੀ ਘੜੀ RSS ਦੇ ਕਬਜ਼ੇ ਵਿੱਚ ਹੈ। ਇਹ ਹੈ ਪ੍ਰੈਜ਼ੈਂਟ ਸਿਨੈਰੀਓ। ਜੇ ਤੁਸੀਂ ਇਹ ਸਾਰੇ ਮੁੱਦੇ ਸਮਝ ਗਏ ਹੋਵੋ ਤਾਂ ਮੈਂ ਤੁਹਾਡੇ ਨਾਲ ਇੱਥੇ ਇੱਕ ਹੋਰ ਚੀਜ਼ ਦਾ ਜ਼ਿਕਰ ਕਰਨਾ ਚਾਹਾਂਗਾ, ਉਹ ਹੈ ਗਵਰਨੈਂਸ ਰਿਫਾਰਮ ਰਿਪੋਰਟ। ਸਾਡੇ ਦੇਸ਼ ਦੇ ਵਿੱਚ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਲੈ ਕੇ ਆ ਰਹੀ ਹੈ ਭਾਜਪਾ, ਜਿਸ ਨੂੰ ਕਿਹਾ ਜਾਂਦਾ ਇੱਕ ਰਾਸ਼ਟਰ ਇੱਕ ਸਿੱਖਿਆ ਨੀਤੀ। ਅੰਗਰੇਜ਼ੀ ਵਿੱਚ ਉਸ ਦਾ ਨਾਮ ਹੈ ਨਿਊ ਐਜੂਕੇਸ਼ਨ ਪਾਲਿਸੀ 2020। ਤਾਂ NEP 2020 ਸਾਰੇ ਦੇਸ਼ ਦੇ ਵਿੱਚ 25 ਤੱਕ ਲਾਗੂ ਹੋਣੀ ਹੈ, ਜਿਸ ਦੇ ਨਾਲ ਸਾਰੇ ਦੇਸ਼ ਦੇ ਵਿੱਚ ਹਾਇਰ ਐਜੂਕੇਸ਼ਨ ਦਾ ਸਿਸਟਮ ਬਦਲਿਆ ਜਾਣਾ। ਆਫਕੋਰਸ ਉਹਦੇ ਵਿੱਚ ਜਿਹੜੇ ਦਿਖਦੇ ਏਜੰਡੇ ਤਾਂ ਇਹੀ ਹੈ ਕਿ ਬਹੁਤ ਠੀਕ ਹੈ, ਲੇਕਿਨ ਅਸੀਂ ਜਾਣਦੇ ਹਾਂ ਕਿ ਕੁਛ ਨਾ ਕੁਛ ਪਿੱਠ ਭੂਮੀ ਵਿੱਚ ਚੱਲਦਾ ਰਹੂਗਾ। ਤਾਂ ਫਿਰ ਉਸ ਐਜੂਕੇਸ਼ਨ ਪਾਲਿਸੀ ਦੀ ਆੜ ਦੇ ਵਿੱਚ ਵੀ ਇੱਕ ਸਾਜ਼ਿਸ਼ ਕੀਤੀ ਗਈ। ਉਹ ਇਹ ਸੀ ਕਿ ਉਸ ਪਾਲਿਸੀ ਦਾ ਹਵਾਲਾ ਦੇ ਕੇ ਅਚਾਨਕ ਡਿਕਲੇਅਰ ਕਰ ਦਿੱਤਾ ਗਿਆ ਕਿ ਇਸ ਯੂਨੀਵਰਸਿਟੀ ਨੂੰ ਗਵਰਨੈਂਸ ਰਿਫਾਰਮ ਦੀ ਲੋੜ ਹੈ।
ਸੈਨੇਟ ਸਿਸਟਮ ਪੁਰਾਣਾ ਹੋ ਚੁੱਕਿਆ। ਯੂਨੀਵਰਸਿਟੀ ਦੇਖੋ ਜੀ, ਇਹ ਸਹੀ ਤਰੀਕੇ ਨਾਲ ਚੱਲ ਨਹੀਂ ਰਹੀ। ਇੱਕ ਕਮੇਟੀ ਜਿਹੜੇ ਚਾਂਸਲਰ ਸਾਹਿਬ ਨੇ ਬਣਾਈ ਤੇ ਉਸ ਕਮੇਟੀ ਦੇ ਵਿੱਚ ਸਾਰੇ ਦੇ ਸਾਰੇ ਪੰਜਾਬ ਤੋਂ ਬਾਹਰਲੇ ਮੈਂਬਰ ਪਾਏ ਗਏ। ਪੰਜਾਬ ਦੇ ਸਿਰਫ 2 ਮੈਂਬਰ ਨੇ ਉਹਦੇ ਵਿੱਚ, ਜਿਨ੍ਹਾਂ ਵਿੱਚੋਂ ਇੱਕ ਜਿਹੜਾ ਹੈ ਉਹ ਵਾਈਸ ਚਾਂਸਲਰ ਸੀ। ਸ਼ਰਤ ਸੀ ਕਿ ਕੋਈ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੋਏਗਾ, ਔਰ ਅਸੀਂ ਇਹ ਵੀ ਸਮਝ ਲਈਏ ਕਿ ਜਿਹੜੇ ਵਾਈਸ ਚਾਂਸਲਰ ਹੁੰਦੇ ਨੇ ਉਹ ਗਵਰਨਰ ਦੇ ਅਧੀਨ ਹੁੰਦੇ ਨੇ, ਔਰ ਗਵਰਨਰ ਕਿਉਂਕਿ ਸੈਂਟਰਲ ਗਵਰਨਮੈਂਟ ਦੇ ਅਧੀਨ ਹੁੰਦਾ, ਤਾਂ ਤੁਸੀਂ ਮੰਨ ਕੇ ਚੱਲੋ ਕਿ ਉਸ ਮੈਂਬਰ ਦੀ ਵੀ ਕੋਈ ਵੁਕਤ ਨਹੀਂ ਸੀ, ਔਰ ਉਹਨਾਂ ਨੇ ਕੋਈ ਆਪਣੀ ਵੁਕਤ ਦਿਖਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੇ। ਔਰ ਇੱਕ ਮੈਂਬਰ ਜਿਹੜਾ ਸੀ DPI ਪੰਜਾਬ ਸਨ ਪਰਮਜੀਤ ਸਿੰਘ, ਉਹਨਾਂ ਨੇ ਜ਼ਰੂਰ ਕੁਝ ਇਤਰਾਜ਼ ਸੌਲਿਡ ਇਤਰਾਜ਼ ਲਗਾਏ, ਔਰ ਉਹਨਾਂ ਦੇ ਤਾਰੀਫ ਕਰਨੀ ਬਣਦੀ ਹੈ ਕਿ ਉਹਨਾਂ ਨੇ ਡਟ ਕੇ ਕੁਝ ਇਤਰਾਜ਼ ਲਗਾਏ। ਲੇਕਿਨ ਕਿਉਂਕਿ ਉਹ ਇਕੱਲੇ ਮੈਂਬਰ ਰਹਿ ਗਏ, ਬਾਕੀ 9 ਮੈਂਬਰਾਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਤੇ ਉਹ ਰਿਪੋਰਟ ਲਗਭਗ ਲਾਗੂ ਹੋ ਚੱਲੀ ਸੀ। ਇਹ ਵਾਈਸ ਚਾਂਸਲਰ ਸਾਹਿਬ ਜਿਹੜੇ ਕੋਰਟ ਵਿੱਚ ਪੇਸ਼ ਕਰਨ ਵਾਲੇ ਸਨ, ਇਹ ਕਹਿ ਕੇ ਕਿ ਹੁਣ ਸਿਸਟਮ ਬਦਲ ਗਿਆ, ਇਸ ਕਰਕੇ ਇਲੈਕਸ਼ਨਾਂ ਦੀ ਲੋੜ ਨਹੀਂ ਹੈ। ਲੇਕਿਨ ਉਸ ਤੋਂ ਪਹਿਲਾਂ ਹੀ ਕਿਤੇ ਉਹ ਰਿਪੋਰਟ ਜਿਹੜੀ ਸੀ ਉਹ ਲੀਕ ਹੋ ਕੇ ਤੇ ਕੁਝ ਪੱਤਰਕਾਰਾਂ ਦੇ ਰਾਹੀਂ ਮੇਰੇ ਕੋਲੇ ਪਹੁੰਚੀ, ਔਰ ਮੈਂ ਉਹ ਰਿਪੋਰਟ ਜਿਹੜੀ ਸੀ ਉਸ ਨੂੰ 8-10 TV ਚੈਨਲਾਂ ਤੇ ਪੇਸ਼ ਕਰਕੇ ਦੱਸਿਆ ਲੋਕਾਂ ਨੂੰ ਕਿ ਇਹ ਪ੍ਰੋਬਲਮ ਹੋ ਸਕਦੀ ਹੈ। ਇਸ ਤੋਂ ਤੁਰੰਤ ਬਾਅਦ ਪੰਜਾਬ ਦੇ ਕਾਫੀ ਬੁੱਧੀਜੀਵੀ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ, ਔਰ ਅਕਾਲੀ ਦਲ ਵਾਲਿਆਂ ਨੇ ਇੱਥੇ ਆ ਕੇ ਬਕਾਇਦਾ ਧਰਨਾ ਲਗਾਇਆ, ਔਰ ਆਪ ਵਾਲਿਆਂ ਨੇ ਵੀ ਇੱਥੇ ਆ ਕੇ ਪ੍ਰੈਸ ਕਾਨਫਰੰਸਿਸ ਕੀਤੀਆਂ, ਜਿਸ ਕਰਕੇ ਇੱਕ ਵਾਰੀ ਉਹ ਰਿਪੋਰਟ ਜਿਹੜੀ ਸੀ ਉਹ ਦਬ ਗਈ। ਉਸ ਰਿਪੋਰਟ ਦੇ ਲਾਗੂ ਹੋਣ ਦੇ ਨਾਲ ਸਮਝੋ ਪੰਜਾਬ ਬਹੁਤ ਵੱਡੇ ਪੱਧਰ ਤੇ ਇਫੈਕਟ ਹੋਣਾ ਸੀ। ਮੈਨੂੰ ਅਕਸਰ ਲੋਕ ਸਵਾਲ ਕਰਦੇ ਨੇ ਕਿ ਕੀ ਪ੍ਰੋਬਲਮ ਆਣੀ ਸੀ। ਦੇਖੋ, ਜੇ ਉਹ ਰਿਪੋਰਟ ਲਾਗੂ ਹੋ ਜਾਂਦੀ, ਮੈਂ ਅੱਜ ਵੀ ਚੈਲੰਜ ਕਰਦਾ, ਮੈਂ ਉਹ ਸਾਰੀ ਰਿਪੋਰਟ ਪੜ੍ਹੀ ਹੈ, ਕਿ ਜੇ ਉਹ ਰਿਪੋਰਟ ਲਾਗੂ ਹੋ ਜੇ, ਇਸ ਯੂਨੀਵਰਸਿਟੀ ਦੀ ਸੈਨੇਟ ਸਿਸਟਮ ਤਾਂ ਸਾਫ਼ ਹੋਏਗੀ, ਪੰਜਾਬ ਸਾਫ਼ ਹੋ ਜਾਏਗਾ। ਉਦਾਹਰਨ ਦੇ ਤੌਰ ਤੇ 15 ਦੇ ਕਰੀਬ ਮੈਂਬਰ ਚੁਣ ਕੇ ਆਉਂਦੇ ਨੇ ਪੰਜਾਬ ਦੇ ਵਿੱਚੋਂ, ਸਟੂਡੈਂਟ ਕੰਸਟੀਚੁਐਂਸੀ ਵਿੱਚੋਂ ਜਾਂ ਗ੍ਰੈਜੂਏਟ ਕੰਸਟੀਚੁਐਂਸੀ ਵਿੱਚੋਂ, ਉਹ ਸਾਰੇ ਉਡਾ ਦਿੱਤੇ ਗਏ। ਸਿਰਫ 4 ਮੈਂਬਰ ਆਉਣਗੇ ਸਟੂਡੈਂਟ ਗ੍ਰੈਜੂਏਟ ਕੰਸਟੀਚੁਐਂਸੀ ਵਿੱਚੋਂ, ਉਹਨਾਂ ਨੂੰ ਵੀ ਰਾਸ਼ਟਰਪਤੀ ਜੀ ਨੋਮੀਨੇਟ ਕਰਨਗੇ। ਇਹਦੇ ਵਿੱਚ ਪੰਜਾਬ ਦੇ ਜਿਹੜੇ DPI ਕਾਲਜਸ ਜਿਹੜੇ ਉੱਥੇ ਮੈਂਬਰ ਦੇ ਤੌਰ ਤੇ ਬੈਠੇ, ਉਹਨਾਂ ਨੇ ਬੜਾ ਜ਼ਬਰਦਸਤ ਆਬਜੈਕਸ਼ਨ ਲਗਾਇਆ। ਉਹ ਕਹਿੰਦੇ ਨੇ ਕਿ ਉਪ ਰਾਸ਼ਟਰਪਤੀ ਕੋਲੇ ਕੋਈ ਨੈਤਿਕ ਅਧਿਕਾਰ ਹੀ ਨਹੀਂ ਹੈ ਇਸ ਯੂਨੀਵਰਸਿਟੀ ਦਾ ਚਾਂਸਲਰ ਬਣੇ ਰਹਿਣ ਦਾ। ਉਹਨਾਂ ਨੂੰ ਉਦੋਂ ਬਣਾਇਆ ਗਿਆ ਸੀ ਜਦੋਂ ਇਹ ਇੰਟਰ ਸਟੇਟ ਯੂਨੀਵਰਸਿਟੀ ਸੀ। ਹੁਣ ਜਦੋਂ ਪੰਜਾਬ ਦੀ ਯੂਨੀਵਰਸਿਟੀ ਹੋ ਚੁੱਕੀ ਹੈ, ਪਹਿਲੀ ਗੱਲ ਤਾਂ ਮੈਂ ਇਸ ਗੱਲ ਨੂੰ ਨਹੀਂ ਅਸੀਂ ਸਵੀਕਾਰ ਕਰਦੇ ਕਿ ਪੰਜਾਬ ਦਾ ਰਾਜਪਾਲ ਇਸ ਯੂਨੀਵਰਸਿਟੀ ਦਾ ਚਾਂਸਲਰ ਹੋਣਾ ਚਾਹੀਦਾ। ਉਹਨਾਂ ਨੇ ਬੜਾ ਵੈਲਿਡ ਔਰ ਬੜਾ ਸੌਲਿਡ ਕੁਐਸਚਨ ਅੰਦਰ ਚੱਕਿਆ। ਆਫਕੋਰਸ ਉਹਨੇ ਪੰਜਾਬ ਦੀ ਯੂਨੀਵਰਸਿਟੀ ਹੈ ਤੇ ਮਾਨਯੋਗ ਉਪ ਰਾਸ਼ਟਰਪਤੀ ਕੋਲੇ ਕੋਈ ਅਧਿਕਾਰ ਹੀ ਨਹੀਂ ਹੈ ਨੈਤਿਕ ਤੌਰ ਤੇ, ਉਹਨੂੰ ਤਾਂ ਫੌਰਨ ਅਸਤੀਫਾ ਦੇ ਦੇਣਾ ਚਾਹੀਦਾ, ਔਰ ਅਸੀਂ ਆਪੇ ਚਲਾਵਾਂਗੇ ਯੂਨੀਵਰਸਿਟੀ, ਅਸੀਂ ਚਲਾਉਣ ਦੇ ਸਮਰੱਥਾ, ਸਾਡੀ ਯੂਨੀਵਰਸਿਟੀ, ਅਸੀਂ ਚਲਾ ਲਾਂਗੇ। ਆਫਕੋਰਸ ਇੱਥੇ ਡਰਾ ਦਿੱਤਾ ਜਾਂਦਾ ਕਿ ਫਿਰ ਸਰਕਾਰ ਗ੍ਰਾਂਟ ਨਹੀਂ ਦੇਊਗੀ। ਕਿਉਂ ਨਹੀਂ ਦੇਊਗੀ? UGC ਸਾਰੇ ਭਾਰਤ ਦੀ ਸੰਸਥਾ ਹੈ, ਉਹ ਗ੍ਰਾਂਟ ਦੇਣੀ ਪਊਗੀ ਉਸ ਨੂੰ। ਉਹ ਸਾਰੇ ਦੇਸ਼ ਦੀਆਂ ਯੂਨੀਵਰਸਿਟੀਆਂ ਨੂੰ ਦਿੰਦੀ ਹੈ, ਪੰਜਾਬ ਯੂਨੀਵਰਸਿਟੀ ਨੂੰ ਵੀ ਉਸ ਨੂੰ ਦੇਣੀ ਪਊਗੀ, ਉਹ ਤਾਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਵੀ ਦੇਈ ਜਾਂਦੇ ਆ। ਠੀਕ ਹੈ, ਉਹਨਾਂ ਨੂੰ ਗ੍ਰਾਂਟ ਦੇਣੀ ਹੀ ਪਊਗੀ, ਇਹ ਕੋਈ ਲੌਜਿਕ ਨਹੀਂ ਹੋਇਆ। ਔਰ ਮਾਨਯੋਗ ਜਿਹੜੇ ਪਰਮਜੀਤ ਸਿੰਘ ਨੇ, ਮੈਂ ਉਹਨਾਂ ਦੀ ਤਾਰੀਫ ਕਰਨਾ ਚਾਹਾਂਗਾ, ਜੇ ਮੈਂ ਨਾਮ ਗਲਤ ਨਹੀਂ ਲੈ ਰਿਹਾ, ਮੈਨੂੰ ਲੱਗਦਾ ਪਰਮਜੀਤ ਸਿੰਘ ਹੀ ਨੇ, ਕਿ ਉਹਨਾਂ ਨੇ ਬਹੁਤ ਵਧੀਆ ਪੱਧਰ ਦੇ ਉੱਪਰ ਇਹ ਆਬਜੈਕਸ਼ਨ ਚੁੱਕੇ ਨੇ, ਹੋਰ ਵੀ ਆਬਜੈਕਸ਼ਨ ਚੁੱਕੇ ਨੇ। ਉਹਨਾਂ ਨੇ ਸਾਫ਼ ਕਹਿਤਾ ਕਿ ਨਹੀਂ, 16 ਮੈਂਬਰ ਹੀ ਟੋਟਲ ਮੈਂਬਰ ਜਿਹੜੇ ਨੋਮੀਨੇਟ ਕੀਤੇ ਜਾਂਦੇ ਹੈਗੇ, ਉਹ ਹੁਣ ਨਵੀਂ ਰਿਕਮੈਂਡੇਸ਼ਨ ਇਹ ਹੈ ਕਿ ਸਿਰਫ 16 ਮੈਂਬਰ ਰਿਕਮੈਂਡ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਠੀਕ ਹੈ, 8 ਤੁਸੀਂ ਕਰੋਗੇ, 8 ਪੰਜਾਬ ਸਰਕਾਰ ਨੋਮੀਨੇਟ ਕਰੋਗੀ। ਔਰ ਬਿਲਕੁਲ ਉਹਨਾਂ ਨੇ ਸੋਲਿਡ ਪੁਆਇੰਟ ਚੁੱਕੇ ਨੇ ਅੰਦਰ, ਲੇਕਿਨ ਕਿਸੇ ਨੇ ਉਹਨਾਂ ਦੀ ਗੱਲ ਸੁਣੀ ਨਹੀਂ। ਔਰ ਇਸੇ ਰਿਪੋਰਟ ਦੇ ਵਿੱਚ ਇੱਕ ਹੋਰ ਬੜਾ ਖਤਰਨਾਕ ਫੈਸਲਾ ਲਿੱਤਾ ਗਿਆ ਕਿ ਪੰਜਾਬ ਦੇ ਵਿੱਚੋਂ ਅਬੋਹਰ, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ ਔਰ ਜਲਾਲਾਬਾਦ ਤੇ ਫਿਰੋਜ਼ਪੁਰ, ਅਬੋਹਰ ਸਾਰੇ ਉਡਾ ਦਿੱਤੇ ਜਾਣਗੇ ਕਾਲਜ। ਭਾਵ ਇਹਨਾਂ ਦੇ ਵਿਦਿਆਰਥੀ ਹੋਰ ਯੂਨੀਵਰਸਿਟੀਆਂ ਨਾਲ ਜੋੜ ਦਿੱਤੇ ਜਾਣਗੇ। ਮੇਰਾ ਸਵਾਲ ਇਹ ਹੈ ਕਿ ਕਿਉਂ ਪੰਜਾਬ ਦੇ ਯੂਨੀਵਰਸਿਟੀ ਇਸ ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ ਵਿੱਚੋਂ ਪੜ੍ਹਨ ਤੋਂ ਵਾਂਝੇ ਕੀਤੇ ਜਾਣ, ਕਿਸ ਲਈ? ਔਰ ਇਹ ਫੈਸਲਾ ਕਰ ਕੌਣ ਰਿਹਾ? ਸੈਂਟਰ, ਜਿਹਦੇ ਕੋਲੇ ਇਸ ਯੂਨੀਵਰਸਿਟੀ ਦੇ ਵਿੱਚ ਦਖਲ ਦੇਣ ਦਾ ਅਧਿਕਾਰ ਹੀ ਕੋਈ ਨਹੀਂ। ਪਹਿਲੀ ਗੱਲ ਤਾਂ ਚਾਂਸਲਰ ਸਾਹਿਬ ਕੋਲੇ ਇਸ ਯੂਨੀਵਰਸਿਟੀ ਦਾ ਇੱਕ ਐਕਟ ਹੈ, ਜਿਸ ਨੂੰ ਪੰਜਾਬ ਯੂਨੀਵਰਸਿਟੀ ਐਕਟ ਕਿਹਾ ਜਾਂਦਾ ਹੈ। ਚਾਂਸਲਰ ਸਾਹਿਬ ਕੋਲ ਉਸ ਐਕਟ ਦੇ ਮੁਤਾਬਕ ਕੋਈ ਕਮੇਟੀ ਬਣਾਉਣ ਦਾ ਅਧਿਕਾਰ ਹੀ ਨਹੀਂ ਹੈ। ਇਲੀਗਲ ਕਮੇਟੀ ਹੈ ਇਹ ਟੋਟਲੀ। ਔਰ ਜਿਹੜੀ ਐਜੂਕੇਸ਼ਨ ਪਾਲਿਸੀ ਦਾ ਹਵਾਲਾ ਦੇ ਕੇ ਕਮੇਟੀ ਬਣਾਈ ਗਈ ਹੈ, ਉਹ ਹਲੇ 2025 ਚ ਲਾਗੂ ਹੋਣੀ ਹੈ। ਹਲੇ ਉਹ ਪਾਲਿਸੀ ਹੀ ਲਾਗੂ ਨਹੀਂ ਹੋਈ। ਪਹਿਲਾਂ ਐਂਟੀਸਪੇਸ਼ਨ ਦੇ ਵਿੱਚ ਹੀ ਇੱਕ ਇਲੀਗਲ ਕਿਸਮ ਦੀ ਕਮੇਟੀ ਬਣਾ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਪੰਜਾਬ ਦਾ ਕੋਈ ਸਟੇਕ ਹੋਲਡਰ ਨਹੀਂ ਹੈ, ਤੇ ਅਚਾਨਕ ਇੱਕ ਫੈਸਲਾ ਕਰ ਦਿੱਤਾ ਜਾਂਦਾ ਹੈ ਕਿ ਦੇਖੋ ਜੀ, ਇਸ ਯੂਨੀਵਰਸਿਟੀ ਨੂੰ ਸੁਧਾਰ ਦੀ ਲੋੜ ਹੈ, ਬਦਲਤਾ ਸਾਰਾ ਕੁਝ ਬਦਲਤਾ। ਇਹ ਰੌਲਾ ਪੈ ਗਿਆ ਤੇ ਬਚਾਅ ਹੋ ਗਿਆ ਇੱਕ ਵਾਰੀ। ਜਾਂ ਉੱਧਰਲੇ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਸੀ, ਜਿਸ ਕਰਕੇ ਉਹਨਾਂ ਨੇ ਬਹੁਤ ਧੱਕਾ ਨਹੀਂ ਕੀਤਾ, ਲੇਕਿਨ ਅਸੀਂ ਤਾਂ ਮੰਨ ਕੇ ਚੱਲਦੇ ਸੀ ਕਿ ਉਹ ਇੱਕ ਬਿੱਲ ਲਿਆਉਣਗੇ ਤੇ ਇਸ ਯੂਨੀਵਰਸਿਟੀ ਨੂੰ ਲੈ ਜਾਣਗੇ। ਔਰ ਅਫਸੋਸ ਦੀ ਗੱਲ ਇਹ ਹੈ ਕਿ ਜਿੱਥੇ ਪੰਜਾਬ ਦੇ ਬੁੱਧੀਜੀਵੀ ਬੋਲ ਰਹੇ ਨੇ, ਵਿਦਿਆਰਥੀ ਬੋਲ ਰਹੇ ਨੇ, ਅੱਜ ਤੱਕ ਪੰਜਾਬ ਸਰਕਾਰ ਨੇ ਇਸ ਵਿਸ਼ੇ ਉੱਪਰ ਕੋਈ ਖਾਸ ਬਿਆਨ ਨਹੀਂ ਦਿੱਤਾ। ਅਕਾਲੀ ਦਲ ਵਾਲੇ ਵੀ ਆਪਣੀ ਹਾਜ਼ਰੀ ਲਵਾ ਗਏ, ਔਰ ਹੋਰ ਵੀ ਕਾਫੀ ਲੀਡਰ ਆਏ। ਇੱਕਾ ਦੁੱਕਾ ਤੌਰ ਦੇ ਉੱਪਰ ਕਾਂਗਰਸ ਦੇ ਲੋਕ ਵੀ ਬੋਲ ਰਹੇ ਨੇ, ਲੇਕਿਨ ਕੁੱਲ ਮਿਲਾ ਕੇ ਪੰਜਾਬ ਸਰਕਾਰ ਦੀ ਚੁੱਪੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਤਕਲੀਫਦੇਹ ਹੈ। ਮੈਂ ਫਿਰ ਰਿਪੀਟ ਕਰ ਦਿਆਂ ਕਿ ਜੇ ਇਹ ਯੂਨੀਵਰਸਿਟੀ ਪੰਜਾਬ ਕੋਲੋਂ ਚਲੀ ਗਈ ਤਾਂ ਯਕੀਨ ਮੰਨੋ ਪੰਜਾਬ ਦੇ ਲਈ ਬਹੁਤ ਵੱਡਾ ਸੰਕਟ ਆਉਣ ਵਾਲਾ ਹੈ। ਅਕਸਰ ਲੋਕ ਮੈਨੂੰ ਕਹਿ ਦਿੰਦੇ ਨੇ ਕਿ ਕਿੱਡਾ ਕੁ ਵੱਡਾ ਇਸ਼ੂ ਹੈ।
ਮੈਨੂੰ ਪਤਾ ਲੱਗਿਆ ਕਿ ਕਿਤੇ ਮਨਪ੍ਰੀਤ ਬਾਦਲ ਜੀ ਨੇ ਵੀ ਇਹ ਬਿਆਨ ਦਿੱਤਾ ਕਿ ਕੀ ਫਰਕ ਪੈਂਦਾ ਜੇ ਯੂਨੀਵਰਸਿਟੀ ਕਿਸੇ ਸੈਂਟਰ ਕੋਲ ਚਲੀ ਜਾਏਗੀ, ਕੋਈ ਬੰਗਲਾਦੇਸ਼ ਵਿੱਚ ਤਾਂ ਜਾਣੀ ਰਹੇਗੀ ਤਾਂ ਪੰਜਾਬ ਦੀ ਯੂਨੀਵਰਸਿਟੀ। ਮੈਂ ਸਵਾਲ ਇਹ ਕਰਦਾ ਕਿ ਕਿਉਂ ਅਸੀਂ ਕੇਂਦਰ ਦਾ ਇੰਨਾ ਜ਼ਿਆਦਾ ਦਖਲ ਹਰ ਚੀਜ਼ ਦੇ ਵਿੱਚ ਬਰਦਾਸ਼ਤ ਕਰੀ ਜਾ ਰਹੇ ਹਾਂ। ਕਿਸਾਨ ਬਿੱਲ ਬਣਾਉਣਾ ਕੇਂਦਰ ਸਰਕਾਰ ਦੇ ਹੱਥ ਵੱਸ 'ਚ ਨਹੀਂ ਸੀ, ਲੇਕਿਨ ਸੈਂਟਰ ਨੇ ਰਾਜਾਂ ਦੇ ਨਾਲ ਧੱਕਾ ਕਰਕੇ ਫੈਡਰਲਿਜ਼ਮ ਦੀਆਂ ਧੱਜੀਆਂ ਉਡਾ ਕੇ ਕਿਸਾਨ ਬਿੱਲ ਬਣਾਏ। ਹੁਣ ਸਿੱਖਿਆ ਵੀ ਪੰਜਾਬ ਸਟੇਟ ਦਾ ਅਧਿਕਾਰ ਹੈ, ਸਾਡੀ ਸਟੇਟ ਦਾ ਅਧਿਕਾਰ ਹੈ, ਸਟੇਟਾਂ ਦਾ ਅਧਿਕਾਰ ਖੇਤਰ 'ਚ ਆਉਂਦਾ, ਔਰ ਧੱਕੇ ਨਾਲ ਯੂਨੀਵਰਸਿਟੀ ਸਾਡੇ ਕੋਲੋਂ ਲਈ ਜਾ ਰਹੀ ਹੈ ਇਹ ਕਹਿ ਕੇ ਕਿ ਤੁਹਾਨੂੰ ਚਲਾਣੀ ਨਹੀਂ ਆਉਂਦੀ। ਇਹ ਮਜ਼ਾਕ ਹੈ। ਔਰ ਜੇ ਉਹ ਸਾਨੂੰ 150-200 ਕਰੋੜ ਦੀ ਗ੍ਰਾਂਟ UGC ਦੇ ਵੀ ਦਿੰਦਾ, ਸਾਡੇ ਤੇ ਕੋਈ ਅਹਿਸਾਨ ਥੋੜੀ ਕਰਦਾ। ਅਸੀਂ ਦੇਸ਼ ਦਾ ਹਿੱਸਾ ਹਾਂ, ਅਸੀਂ GST ਪੇ ਕਰਦੇ ਹਾਂ, ਅਸੀਂ ਇਨਕਮ ਟੈਕਸ ਪੇ ਕਰਦੇ ਹਾਂ ਪੰਜਾਬ ਦੇ ਲੋਕ, ਤੇ ਜੇ ਸਾਨੂੰ 200 ਕਰੋੜ ਰੁਪਏ ਦੀ ਗ੍ਰਾਂਟ ਸੈਂਟਰ ਦੇ ਵੀ ਦਿੰਦਾ ਤਾਂ ਕੋਈ ਸਾਡੇ ਤੇ ਅਹਿਸਾਨ ਥੋੜੀ ਕਰਦਾ। ਅਸੀਂ ਕੋਈ ਪਾਕਿਸਤਾਨ ਦੇ ਲੋਕ ਥੋੜੀ ਹਾਂ, ਅਸੀਂ ਭਾਰਤ ਦੇ ਲੋਕ ਹਾਂ। ਔਰ ਪੰਜਾਬ ਸਰਕਾਰ ਨੂੰ ਜਦੋਂ ਪੁੱਛਦੇ ਹੋ ਡਰ ਜਾਂਦੇ, ਨਹੀਂ ਜੀ ਇੰਨੀ ਸਾਰੀ ਗ੍ਰਾਂਟ ਕੌਣ ਦੇਊਗਾ ਯੂਨੀਵਰਸਿਟੀ ਨੂੰ। ਉਹਨਾਂ ਨੂੰ ਪਤਾ ਹੀ ਨਹੀਂ ਕਿ ਯੂਨੀਵਰਸਿਟੀ ਨੂੰ ਬਹੁਤ ਜ਼ਿਆਦਾ ਗ੍ਰਾਂਟ ਨਹੀਂ ਕੋਈ ਦੇਣ ਦੀ ਲੋੜ। ਜੇ 2021 ਦਾ ਤੁਸੀਂ ਬਜਟ ਦੇਖੋਗੇ ਜਿਹੜਾ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਪਰ ਪਿਆ ਹੈ, ਤਾਂ ਕੁੱਲ 6 ਕਰੋੜ ਦਾ ਬਜਟ ਹੈ, ਔਰ ਉਸ ਦੇ ਵਿੱਚੋਂ 292 ਕਰੋੜ ਰੁਪਇਆ ਜਿਹੜਾ ਹੈ, 292 ਕਰੋੜ 600 ਕਰੋੜ ਦਾ ਟੋਟਲ ਬਜਟ ਹੈ ਸੌਰੀ, ਔਰ 292 ਕਰੋੜ ਤਾਂ ਯੂਨੀਵਰਸਿਟੀ ਖੁਦ ਆਪਣੇ ਸੋਰਸਸ ਤੋਂ ਜਨਰੇਟ ਕਰਨ ਵਾਲੀ ਹੈ। ਔਰ ਜਿਹੜੀ ਭਾਰਤ ਸਰਕਾਰ ਨੇ ਜਿਹੜਾ ਦੇਣਾ ਉਹ ਤਾਂ ਮੁਸ਼ਕਲ ਨਾਲ UGC ਦੇ ਥਰੂ ਸਾਨੂੰ 262 ਕਰੋੜ ਰੁਪਇਆ ਉਹ ਦੇ ਰਹੀ ਹੈ, ਔਰ ਬਾਕੀ ਯੂਨੀਵਰਸਿਟੀ ਦੇ ਆਪਣੇ ਐਸੈਟਸ ਨੇ। 34 ਕਰੋੜ ਰੁਪਇਆ ਗ੍ਰਾਂਟ ਪੰਜਾਬ ਸਰਕਾਰ ਨੇ ਦੇਣੀ ਹੈ। ਸੋ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈ। ਉਹ ਭਾਵੇਂ ਹੋਵੇ ਵੀ, ਹੁਣ ਮੰਨ ਲਿਆ ਕਿ ਪੰਜਾਬ ਦੀ ਵਿੱਤੀ ਹਾਲਤ ਵਧੀਆ ਨਹੀਂ ਹੈ, ਲੇਕਿਨ ਤੁਸੀਂ ਹੁਣ ਚੱਕ ਕੇ ਚੀਜ਼ਾਂ ਥੋੜੀ ਵੇਚਣੀਆਂ ਸ਼ੁਰੂ ਕਰ ਦਿਓਗੇ ਜਾਂ ਸੈਂਟਰ ਨੂੰ ਫੜਾਉਣੀਆਂ ਸ਼ੁਰੂ ਕਰ ਦੇਣਗੇ। ਮੈਂ ਪੰਜਾਬ ਦੇ ਲੀਡਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਯੂਨੀਵਰਸਿਟੀ ਜਦੋਂ ਇਸ ਤਰੀਕੇ ਨਾਲ ਸੈਂਟਰ ਕੋਲੇ ਚਲੀ ਗਈ, ਪਹਿਲੀ ਗੱਲ ਤਾਂ ਇੱਥੇ ਸੈਂਟਰ ਆਪਣੀ ਮਰਜ਼ੀ ਦਾ ਕਰਿਕੂਲਮ ਪਾਪ ਸਿਲੇਬਸ ਪੜਾਊਗਾ, ਇਤਿਹਾਸ ਔਰ ਸੋਸ਼ਲ ਇੱਕ ਚੀਜ਼ ਦੇ ਵਿੱਚ ਉਹ ਪੋਲਿਊਸ਼ਨ ਕ੍ਰੀਏਟ ਕਰਨਗੇ। ਉਹਨਾਂ ਦਾ ਰਿਕਾਰਡ ਹੈ ਇਹ। ਔਰ ਪੰਜਾਬ ਦੇ ਵਿਦਿਆਰਥੀਆਂ ਨੂੰ ਕੀ ਪੜਾਇਆ ਜਾ ਰਿਹਾ ਹੋਵੇਗਾ, ਪੰਜਾਬੀ ਭਾਸ਼ਾ ਦੀ ਕੀ ਸਥਿਤੀ ਹੋਏਗੀ, ਕਿੰਨੀ ਕੁ ਹਿੰਦੀ ਉਹਨਾਂ ਤੇ ਠੋਸੀ ਜਾ ਰਹੀ ਹੋਏਗੀ, ਇਹ ਸਮਝਣਾ ਔਖਾ ਨਹੀਂ ਹੈ। ਔਰ ਜਿਹੜੇ ਉਹ ਕਾਲਜਾਂ ਦੇ ਬੱਚੇ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਬਹੁਤ ਖਤਰਨਾਕ ਹੈ। ਔਰ ਜੇ ਉਹਨਾਂ ਦਾ ਕਬਜ਼ਾ ਹੋ ਗਿਆ ਇਸ ਯੂਨੀਵਰਸਿਟੀ ਉੱਪਰ, ਫਿਰ ਤੁਸੀਂ ਦੇਖੋ ਕਿੱਦਾਂ ਦਾ ਕਰਿਕੂਲਮ ਬਣਾ ਕੇ ਪੰਜਾਬ ਦੇ 2 ਲੱਖ ਬੱਚੇ ਨੂੰ ਸਿੱਧਾ ਡੀਲ ਕਰ ਰਹੇ ਹੋਣਗੇ। ਔਰ ਜਿਹੜੀਆਂ ਸੈਂਟਰ ਯੂਨੀਵਰਸਿਟੀਆਂ ਬਾਕੀ ਪੰਜਾਬ ਦੇ ਵਿੱਚ ਚੱਲ ਰਹੀਆਂ, ਤੁਸੀਂ ਜਾਣਦੇ ਹੋ ਨਾ ਉੱਥੇ ਕਿੱਦਾਂ ਮਤਲਬ ਕਿ ਗੈਰ ਪੰਜਾਬੀ ਮਾਹੌਲ ਹੈ। ਮੈਨੂੰ ਨਹੀਂ ਪਤਾ ਕਿ ਪੰਜਾਬ ਸਰਕਾਰਾਂ ਇਸ ਵਿਸ਼ੇ ਦੇ ਉੱਪਰ ਸੋਚਦੀਆਂ ਕਿ ਨਹੀਂ ਸੋਚਦੀਆਂ, ਲੇਕਿਨ ਪੰਜਾਬੀ ਵੀਰੋ ਇਹ ਇੱਕ ਗੰਭੀਰ ਮੁੱਦਾ। ਮੈਨੂੰ ਲੱਗਦਾ ਕਿ ਇਹਦੇ ਬਾਰੇ ਹੋਰ ਸੰਵਾਦ ਰਚਾਉਣ ਦੀ ਲੋੜ ਹੈ। ਹਮੇਸ਼ਾ ਵਾਂਗ ਤੁਹਾਡੇ ਵਿਚਾਰ ਇਸ ਵਿਸ਼ੇ ਦੇ ਉੱਪਰ ਆਮੰਤਰਿਤ ਨੇ। ਮੈਂ ਚਾਹੁੰਦਾ ਕਿ ਤੁਸੀਂ ਖੁੱਲ੍ਹੇ ਦਿਲ ਨਾਲ ਪੰਜਾਬ ਦੇ ਪੱਖ ਤੋਂ ਇਸ ਵਿਸ਼ੇ ਉੱਪਰ ਵਿਚਾਰ ਕਰੋ। ਅਸੀਂ ਗੱਲ ਕਰਦੇ ਰਹਾਂਗੇ ਇਹੋ ਜਿਹੇ ਵਿਸ਼ਿਆਂ ਦੇ ਉੱਪਰ। ਪੰਜਾਬ ਪਲੱਸ ਦੇ ਵੱਲੋਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ।